ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਪੰਜਾਬ ਦੇ ਇਲੈਕਸ਼ਨਸ ਦੀ ਹੋਵੇਗੀ ਤੇ ਨਾਲ ਹੀ ਕਿਸਾਨੀ ਮੋਰਚੇ ਦੀ ਵੀ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੰਦੋਲਨ ਦੀ ਸਮਾਪਤੀ ਹੋ ਚੁੱਕੀ ਹੈ, ਪਰ ਸੰਯੁਕਤ ਕਿਸਾਨ ਮੋਰਚਾ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਿ ਪੰਜਾਬ ਦੀਆਂ ਚੋਣਾਂ ਦੇ ਵਿੱਚ ਹੱਥ ਅਜ਼ਮਾਉਣਗੇ, ਕਿਉਂਕਿ ਐਸਕੇਐਮ ਦਾ ਪਾਰਟ ਰਹੇ ਗੁਰਨਾਮ ਸਿੰਘ ਚੜੂਨੀ ਪਹਿਲਾਂ ਤੋਂ ਹੀ ਐਲਾਨ ਇਸ ਅੰਦੋਲਨ ਦੇ ਦੌਰਾਨ ਹੀ ਐਲਾਨ ਕਰ ਚੁੱਕੇ ਸੀ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੇ ਚਾਹੀਦੇ ਨੇ ਤੇ ਉਹਨਾਂ ਨੇ ਤਾਂ ਆਪਣੇ ਉਮੀਦਵਾਰ ਵੀ ਐਲਾਨਣੇ ਸ਼ੁਰੂ ਕਰ ਦਿੱਤੇ ਸੀ। ਪਰ ਹੁਣ ਸਵਾਲ ਇਹ ਹੈ ਕਿ ਗੁਰਨਾਮ ਸਿੰਘ ਚੜੂਨੀ ਦੀ ਤਰ੍ਹਾਂ ਬਾਕੀ ਖਾਸ ਤੌਰ ਤੇ ਜੋ ਪੰਜਾਬ ਦੀਆਂ 32 ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਇਲੈਕਸ਼ਨ ਦੇ ਵੱਲ ਕੂਚ ਕੀਤਾ ਜਾਏਗਾ, ਰੁਕ ਕੀਤਾ ਜਾਏਗਾ ਜਾਂ ਨਹੀਂ। ਦੂਜਾ ਸਵਾਲ ਇਹ ਵੀ ਹੈ ਕਿਉਂਕਿ ਕਿਆਸਰਾਈਆਂ ਬਹੁਤ ਸਾਰੀਆਂ ਲੱਗ ਰਹੀਆਂ ਨੇ, ਚਰਚਾਵਾਂ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਨੇ ਕਿ ਕੋਈ ਆਗੂ ਜਾ ਕੇ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ। ਬਹੁਤ ਵੱਡੇ ਵੱਡੇ ਆਗੂ ਜਿਹੜੇ ਕਿਸਾਨ ਆਗੂਆਂ ਦੇ ਵਿੱਚ ਆਪਾਂ ਪਹਿਲੀ ਕਤਾਰ ਦੇ ਆਗੂ ਨੇ ਉਹਨਾਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਕਿਸੇ ਪਾਰਟੀ ਦਾ ਲੜ ਫੜ ਸਕਦੇ ਨੇ, ਸੀਐਮ ਦਾ ਚਿਹਰਾ ਹੋ ਸਕਦੇ ਨੇ। ਬਹੁਤ ਸਾਰੀਆਂ ਚਰਚਾਵਾਂ ਨੇ। ਅੱਜ ਗੱਲ ਇਸ ਦੇ ਉੱਤੇ ਹੀ ਕਿ ਕਿਸਾਨ ਆਗੂਆਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ ਜਾਂ ਕਿਸਾਨ ਆਗੂ ਇਲੈਕਸ਼ਨ ਲੜਦੇ ਹੋਏ ਨਜ਼ਰ ਆਉਣਗੇ। ਸਥਿਤੀ ਕੀ ਹੈ? ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਸਿੱਧੇ ਤੌਰ ਤੇ ਕਹਿ ਰਹੀਆਂ ਕਿ ਅਸੀਂ ਇਲੈਕਸ਼ਨ ਨਹੀਂ ਲੜਨੀਆਂ, ਪਰ ਕਿਤੇ ਨਾ ਕਿਤੇ ਜ਼ਰੂਰ ਗੁਰਨਾਮ ਸਿੰਘ ਚੜੂਨੀ ਦੀ ਜਥੇਬੰਦੀ ਸਾਹਮਣੇ ਆ ਰਹੀ ਹੈ ਤੇ ਕਹਿ ਰਹੀ ਹੈ ਕਿ ਇਲੈਕਸ਼ਨ ਲੜਾਂਗੇ ਔਰ ਇਲੈਕਸ਼ਨ ਬਾਕੀਆਂ ਨੂੰ ਵੀ ਲੜਨੇ ਚਾਹੀਦੇ ਨੇ। ਅੱਜ ਇਸ ਦੇ ਉੱਤੇ ਚਰਚਾ ਹੋਵੇਗੀ ਕਿ ਕਿਸਾਨ ਕੁੱਦਣਗੇ ਸਿਆਸੀ ਪਿੜ ਦੇ ਵਿੱਚ। ਸ਼ੁਰੂਆਤ ਦੋ ਤਸਵੀਰਾਂ ਦੇ ਨਾਲ ਅੱਜ ਕਰਨ ਜਾ ਰਹੇ ਹਾਂ। ਦੋ ਤਸਵੀਰਾਂ ਤੁਹਾਨੂੰ ਦਿਖਾਣੇ ਆ। ਇੱਕ ਪਾਸੇ ਗੁਰਨਾਮ ਸਿੰਘ ਚੜੂਨੀ, ਦੂਜੇ ਪਾਸੇ 32 ਕਿਸਾਨ ਜਥੇਬੰਦੀਆਂ। ਇਹ ਪੰਜਾਬ ਵਾਲੀਆਂ 32 ਕਿਸਾਨ ਜਥੇਬੰਦੀਆਂ ਨੇ। ਤਾਂ ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਲਈ ਬਿਲਕੁਲ ਤਿਆਰ ਨੇ। ਚੜੂਨੀ ਆਪਣੀ ਸਿਆਸੀ ਪਾਰਟੀ ਦਾ ਸ਼ਨੀਚਰਵਾਰ ਨੂੰ ਐਲਾਨ ਕਰ ਸਕਦੇ ਨੇ, ਪਰ ਸਵਾਲ ਇਹ ਹੈ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਕੀ ਕਰਨਗੀਆਂ, ਕਿ ਪੰਜਾਬ ਦੀਆਂ ਜਥੇਬੰਦੀਆਂ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਜਾ ਰਹੀਆਂ ਨੇ। ਹਾਲਾਂਕਿ ਖੁੱਲ ਕੇ ਕਿਸੇ ਵੀ ਕਿਸਾਨ ਲੀਡਰ ਨੇ ਚੋਣ ਮੈਦਾਨ ਦੇ ਵਿੱਚ ਆਉਣ ਦੀ ਗੱਲ ਨਹੀਂ ਕਹੀ ਹੈ, ਪਰ ਕੁਝ ਕਿਸਾਨ ਆਗੂਆਂ ਨੂੰ ਲੈ ਕੇ ਕਿਆਸ ਅਰਾਈਆਂ ਜ਼ਰੂਰ ਤੇਜ਼ ਹੋ ਗਈਆਂ ਨੇ ਕਿ ਉਹ ਸਿਆਸੀ ਪਿੜ 'ਚ ਆ ਸਕਦੇ ਨੇ। ਖੁਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਹ ਦਾਅਵਾ ਕਰ ਚੁੱਕੇ ਨੇ ਕਿ ਉਹਨਾਂ ਦੇ ਵਿੱਚੋਂ ਤਾਂ ਕੁਝ ਮੁੱਖ ਮੰਤਰੀ ਬਣਨ ਦੇ ਲਈ ਵੀ ਕਾਲੇ ਨੇ, ਯਾਨੀ ਸੰਕੇਤ ਸਾਫ਼ ਨੇ। ਔਰ ਸ਼ਾਇਦ ਕਿਸਾਨ ਆਗੂ ਇਹ ਸਮਝ ਵੀ ਰਹੇ ਨੇ ਕਿ ਬਹੁਤ ਸਾਰੇ ਕਿਸਾਨ ਲੀਡਰ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜਨਾ ਚਾਹ ਰਹੇ ਨੇ ਜਾਂ ਉੱਧਰ ਜਾਣਾ ਚਾਹੁੰਦੇ ਨੇ। ਹਾਲਾਂਕਿ ਖੁੱਲ ਕੇ ਕਿਹੜਾ ਉਹ ਲੀਡਰ ਹੈ, ਕਿਹੜਾ ਕਿਸਾਨ ਆਗੂ ਹੈ, ਉਹ ਹੁਣ ਤੱਕ ਨਾਮ ਦਾ ਜ਼ਿਕਰ ਨਹੀਂ ਹੋ ਰਿਹਾ। ਤੁਹਾਨੂੰ ਸੁਣਾਉਂਦੇ ਹਾਂ ਕਿ ਬਲਬੀਰ ਸਿੰਘ ਰਾਜੇਵਾਲ ਕੀ ਕੁਝ ਕਹਿ ਰਹੇ ਨੇ। ਇਹ ਕਿਸਾਨ ਅੰਦੋਲਨ ਦੇ ਸਭ ਤੋਂ ਪਹਿਲੀ ਕਤਾਰ ਦੇ ਵੱਡੇ ਆਗੂਆਂ ਦੇ ਵਿੱਚ ਹੈ, ਸਭ ਤੋਂ ਸੀਨੀਅਰ ਆਗੂ ਤੁਸੀਂ ਕਹਿ ਸਕਦੇ ਹੋ। ਕੀ ਕੁਝ ਕਹਿ ਰਹੀਆਂ ਨੇ ਬਲਬੀਰ ਸਿੰਘ ਰਾਜੇਵਾਲ, ਇਹ ਵੀ ਤੁਹਾਨੂੰ ਦੱਸ ਦਈਏ ਕਿ ਸਮਰਾਲਾ ਦੇ ਵਿੱਚ ਕੁਝ ਜਥੇਬੰਦੀਆਂ ਨੇ ਇਹ ਵੀ ਜਾਣਕਾਰੀ ਹੈ ਕਿ ਮੀਟਿੰਗ ਕੀਤੀ, ਉਸ ਦੇ ਵਿੱਚ ਚੋਣਾਂ ਨੂੰ ਲੈ ਕੇ ਵੀ ਮੁੱਦਾ ਉੱਠਿਆ ਸੀ। ਪਹਿਲਾਂ ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਹਨ ਬਲਬੀਰ ਸਿੰਘ ਰਾਜੇਵਾਲ। ਕਿ ਪੰਜਾਬ ਦੀ ਸਿਆਸਤ ਬੜੀ ਤੁਸੀਂ ਕਰੀ ਜਾਓ ਕਿਆ ਸਰ ਸੀਐਮ ਚਿਹਰਾ ਬਣਨਾ ਚਾਹੁੰਦੇ ਜੀ? ਮੈਂ ਨਹੀਂ ਬਣ ਰਿਹਾ। ਨਹੀਂ ਸਰ, ਨਹੀਂ ਬਣ ਰਿਹਾ। ਨਹੀਂ ਐਵੇਂ ਯਾਰ ਤੁਸੀਂ ਸਰ ਆਮ ਵੱਲੋਂ ਵੀ ਆਫਰ ਕੀਤੀ ਗਈ ਸੀ। ਮੈਂ ਕਹਿੰਦਾ ਆਫਰ ਤਾਂ ਮੈਨੂੰ ਤਾਂ ਰਾਸ਼ਟਰਪਤੀ ਦੀ ਆਫਰ ਹੈ, ਤੁਸੀਂ ਕਹਿ ਦੋਗੇ ਵੀ ਰਾਸ਼ਟਰਪਤੀ ਬਣ ਜਾਓ। ਐਵੇਂ ਗੱਲਾਂ ਫਜ਼ੂਲ ਕਰੀ ਜਾਂਦੇ ਪਤਾ ਨਹੀਂ ਕੀ ਹੈ। ਰਾਜੇ ਸਾਹਿਬ ਇੱਕ ਗਾਲਾਂ ਕੱਢਣ ਵਾਲੇ ਵੀ ਇੱਥੇ ਹੀ ਨਹੀਂ ਜੀ ਪੰਜਾਬ। ਤਾਂ ਜਿਸ ਮੁੱਦੇ ਉੱਤੇ ਹੀ ਚਰਚਾ ਹੋਏਗੀ, ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ। ਹਾਲਾਂਕਿ ਬਲਬੀਰ ਰਾਜੇਵਾਲੇ ਕਹਿ ਗਏ ਕਿ ਮੈਂ ਕੋਈ ਸੀਐਮ ਚਿਹਰਾ ਨਹੀਂ ਬਣ ਰਿਹਾ ਜਾਂ ਮੈਂ ਇਲੈਕਸ਼ਨ ਵਾਲੇ ਪਾਸੇ ਨਹੀਂ ਜਾ ਰਿਹਾ, ਇਹ ਸਿਰਫ ਕਿਆਸ ਰਾਈਆਂ ਨੇ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਕਮਲਜੀਤ ਸਿੰਘ ਬਰਾੜ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਮਲਜੀਤ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕੁਲਦੀਪ ਧਾਲੀਵਾਲ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਧਾਲੀਵਾਲ ਸਾਹਿਬ ਸਵਾਗਤ ਹੈ। ਸਾਡੇ ਨਾਲ ਪ੍ਰਿੰਸ ਵੜੈਚ ਜੀ ਜੁੜ ਰਹੇ ਨੇ, ਚੜੂਨੀ ਜਥੇਬੰਦੀ ਤੋਂ ਨੇ। ਪ੍ਰਿੰਸ ਜੀ ਸਵਾਗਤ ਹੈ ਤੁਹਾਡਾ। ਤੇ ਨਾਲ ਹੀ ਝੰਡਾ ਸਿੰਘ ਜੇਠੂ ਕੇ ਸਾਡੇ ਨਾਲ ਜੁੜ ਰਹੇ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨਾਲ ਸੰਬੰਧ ਰੱਖਦੇ ਨੇ। ਝੰਡਾ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਨ ਜਾ ਰਿਹਾ। ਝੰਡਾ ਸਿੰਘ ਜੇਠੂ ਜੀ, ਜਥੇਬੰਦੀਆਂ ਦੀ ਰਾਏ ਵੱਖਰੀ ਵੱਖਰੀ ਇਸ ਸਮੇਂ ਨਜ਼ਰ ਆ ਰਹੀ ਹੈ। ਪਹਿਲਾ ਰਿਐਕਸ਼ਨ ਤੁਹਾਡਾ ਹੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕੀ ਸਟੈਂਡ ਹੈ, ਕਿ ਤੁਹਾਡੇ ਵੱਲੋਂ ਕਿਸੇ ਪੋਲੀਟੀਕਲ ਪਾਰਟੀ ਵਾਲੇ ਪਾਸੇ ਰੁਖ ਕੀਤਾ ਜਾਏਗਾ, ਜਾ ਸਕਦਾ ਹੈ ਜਾਂ ਨਹੀਂ? ਕਿ ਤੁਹਾਡੇ ਕੋਈ ਆਗੂ ਜੇ ਕਿਸੇ ਪੋਲੀਟੀਕਲ ਪਾਰਟੀ 'ਚ ਜਾਂਦੇ ਨੇ ਤਾਂ ਫਿਰ ਤੁਹਾਨੂੰ ਕੋਈ ਇਤਰਾਜ਼ ਹੋਏਗਾ ਜਾਂ ਨਹੀਂ? ਸਾਡੀ ਜਥੇਬੰਦੀ ਜੀ 2000 ਦੇ ਵਿੱਚ ਬਣੀ ਹੈ, ਬਕਾਇਦਾ ਦਾ ਵਿਧਾਨ ਹੈ, ਐਲਾਨਨਾਮਾ ਹੈ।
ਉਦੋਂ ਤੋਂ ਲੈ ਕੇ ਸਾਡਾ ਫੈਸਲਾ ਕੀਤਾ ਹੈ ਕਿ ਚੋਣਾਂ ਜਿਹੜੀਆਂ ਹੈਗੀਆਂ, ਚੋਣਾਂ ਨਾਲ ਲੋਕਾਂ ਦੇ ਜਿਹੜੇ ਬੁਨਿਆਦੀ ਮਸਲੇ ਉਹ ਹੱਲ ਨਹੀਂ ਹੁੰਦੇ। ਸਾਡਾ ਬਲਾਕ ਤੋਂ ਲੈ ਕੇ ਸੂਬੇ ਤੱਕ ਤੇ ਸਾਰਿਆਂ ਦੀ ਇਸ ਕਿਸਮ ਦੀ ਪਾਬੰਦੀ ਹੈ। MLA MP ਦੀਆਂ ਚੋਣਾਂ ਤੱਕ ਹੀ, ਪੰਚਾਇਤ ਦੀ ਮੈਂਬਰ ਦੀਆਂ ਚੋਣਾਂ ਵੀ ਨਹੀਂ ਲੜ ਸਕਦਾ ਸਾਡਾ ਕੋਈ ਵੀ ਜਿਹੜੇ ਅਹੁਦੇਦਾਰ ਹੈ। ਸਿਰਫ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਜਿਹਨੂੰ ਮਰਜ਼ੀ ਪਾ ਲੈਣ, ਨਹੀਂ ਜਿੱਤ ਕਰਦਾ ਨਾ ਪਾਉਣ। ਇਹ ਸਾਡਾ ਸਟੈਂਡ ਹੈ ਜਥੇਬੰਦੀ ਦਾ। ਤੇ ਜੇ ਸਾਡੇ ਚੋਂ ਕੋਈ ਵੀ ਆਗੂ ਇਸ ਗੱਲ ਦੀ ਉਲੰਘਣਾ ਕਰਦਾ ਹੈ, ਅਸੀਂ ਉਹਨੂੰ ਕਾਰਵਾਈ ਕਰਕੇ ਤੁਰਤ ਕੱਢਦੇ ਹਾਂ ਜਥੇਬੰਦੀ ਚੋਂ। ਹੈਲੋ, ਮਤਲਬ ਤੁਸੀਂ ਸਟੈਂਡ ਕਲੀਅਰ ਕਰ ਰਹੇ ਹੋ ਕਿ ਏਕਤਾ ਉਗਰਾਹਾਂ ਜਾਂ ਤੁਹਾਡਾ ਕੋਈ ਨੁਮਾਇੰਦਾ ਕਿਸੇ ਪਾਰਟੀ 'ਚ ਜਾ ਕੇ ਨਹੀਂ ਰਲੇਗਾ? ਬਿਲਕੁਲ ਹੀ ਨਹੀਂ ਜੀ, ਉਹ ਉਗਰਾਹਾਂ ਦਾ ਨਹੀਂ ਰਹੂਗਾ ਜੀ। ਇਧਰੋਂ ਕੋਈ ਅਸਤੀਫਾ ਦੇ ਕੇ ਜਾਵੜੇ, ਜੇ ਊਂ ਜਾਊਗਾ ਅਸੀਂ ਬਕਾਇਦਾ ਕਾਰਵਾਈ ਕਰਕੇ ਕੱਢ ਦਿਆਂਗੇ। ਸਾਡੀ ਜਥੇਬੰਦੀ ਅੰਗ ਰਹੇ ਕਿ ਕਿਸੇ ਪਾਰਟੀ ਜਾਵੜੇ, ਚੋਣ ਲੜ ਲੇ ਜਾਂ ਸਪੋਰਟ ਕਰ ਦੇ, ਇਹ ਕੋਈ ਅਧਿਕਾਰ ਨਹੀਂ ਸਾਡੀ ਜਥੇਬੰਦੀ ਵੱਲੋਂ ਵਿਧਾਨ ਦੇ ਵਿੱਚ ਪੂਰੀ ਤਰ੍ਹਾਂ ਬੈਨ ਹੈ। ਠੀਕ ਹੈ, ਠੀਕ ਹੈ, ਤੁਸੀਂ ਆਪਣਾ ਸਟੈਂਡ ਕਲੀਅਰ ਕਰ ਰਹੇ ਹੋ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਸਮੇਂ ਸਾਡੇ ਨਾਲ ਪ੍ਰਿੰਸ ਵੜੈਚ ਜੀ ਵੀ ਜੁੜ ਚੁੱਕੇ ਨੇ। ਮੈਂ ਇੱਕ ਵਾਰ ਕਿਸਾਨਾਂ ਦਾ ਰਿਐਕਸ਼ਨ, ਉਸ ਤੋਂ ਬਾਅਦ ਆਪਾਂ ਫਿਰ ਪੋਲੀਟੀਕਲ ਪਾਰਟੀਆਂ ਦਾ ਰੁਖ ਕਰਾਂਗੇ। ਪ੍ਰਿੰਸ ਵੜੈਚ ਜੀ ਸਾਡੇ ਨਾਲ ਚੜੂਨੀ ਧੜੇ ਤੋਂ ਨੇ, ਗੁਰਨਾਮ ਸਿੰਘ ਚੜੂਨੀ, ਜੋ ਕਿ ਖੁੱਲ੍ਹ ਕੇ ਕਹਿ ਰਹੇ ਨੇ ਕਿ ਅਸੀਂ ਇਲੈਕਸ਼ਨ ਲੜਾਂਗੇ। ਪ੍ਰਿੰਸ ਜੀ, ਜਦੋਂ ਮੋਰਚਾ ਜਾਰੀ ਸੀ, ਇਲੈਕਸ਼ਨ ਵਾਲੀ ਗੱਲ ਉਸ ਸਮੇਂ ਵੀ ਤੁਸੀਂ ਕਰਦੇ ਸੀ, ਉਸ ਸਮੇਂ ਵੀ ਇਕੱਲੇ ਸੀ। ਹੁਣ ਦਿੱਲੀ ਬਾਰਡਰਾਂ ਦੇ ਉੱਤੇ ਅੰਦੋਲਨ ਦੀ ਸਮਾਪਤੀ ਹੋ ਚੁੱਕੀ ਹੈ। ਹੁਣ ਇੱਕ ਤਰੀਕੇ ਨਾਲ ਜੋ ਮੰਗਾਂ ਸੀ ਉਹ ਮੰਨੀਆਂ ਜਾ ਚੁੱਕੀਆਂ ਨੇ। ਹੁਣ ਵੀ ਇਕੱਲੇ ਹੋ ਇਲੈਕਸ਼ਨ ਵਾਲੇ ਮਸਲੇ ਦੇ ਉੱਤੇ। ਹੁਣ ਕਿਸ ਦਾ ਸਾਥ ਮਿਲ ਰਿਹਾ ਕਿ ਨਹੀਂ, ਜਾਂ ਹੁਣ ਵੀ ਪੰਜਾਬ ਦੇ ਵਿੱਚ ਇਕੱਲੇ ਉਤਰਨ ਜਾ ਰਹੇ ਹੋ? ਗੁਰੂ ਜਿਹੜੀ ਸਾਥ ਮਿਲਣ ਦੀ ਗੱਲ ਹੈ, ਸਾਥ ਚਾਹੀਦਾ ਪੰਜਾਬ ਦੇ ਲੋਕਾਂ ਦਾ, ਆਮ ਕਿਸਾਨਾਂ ਦਾ। ਉਹਨਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ। ਜਿਸ ਤਰ੍ਹਾਂ ਗੱਲ ਆਈ ਕਿ ਮੰਗਾਂ ਲਗਭਗ ਸਾਰੀਆਂ ਮੰਨ ਲੀਆਂ, ਮੈਂ ਇਸ ਗੱਲ ਨੂੰ ਕਲੀਅਰ ਕਰਦੇ ਆ ਕਿ ਇਹਦਾ ਜਿਹੜਾ ਪੂਰਾ ਐਪੀਸੋਡ ਸੀ 1 ਸਾਲ 13 ਮਹੀਨੇ ਦਾ, ਕਿ ਮੰਨ ਲਓ ਮੇਰੀ ਇੱਕ ਛੋਟੀ ਜਿਹੀ ਕੁੰਡੀ ਝੋਪੜੀ ਸੀ, ਉਹਦੇ ਚ ਇੱਕ ਸਪੇਰਾ ਸੱਪ ਛੱਡ ਗਿਆ। ਅਸੀਂ ਰੌਲਾ ਪਾਇਆ ਕਿ ਸਾਡੀ ਜਾਨ ਨੂੰ ਖਤਰਾ, ਉਹ ਆਪਣਾ ਸੱਪ ਫੜ ਕੇ ਲੈ ਗਿਆ। ਪਰ ਜਿਹੜੀ ਕਿਸਾਨ ਦੀ ਕੁੱਲੀ ਹੈ, ਉਹਦਾ ਉਹੀ ਹਾਲ ਹੈ, ਛੱਤ ਟਪਕਦੀ ਹੈ, ਥੱਲੋਂ ਜ਼ਮੀਨ ਕੱਚੀ ਹੈ। ਉਹਦੇ ਤੇ ਜੋ ਬਦਲਾਵ ਕਰਨਾ ਹੈ, ਆਪਣੇ ਹਾਲਾਤਾਂ ਨੂੰ ਸੁਧਾਰਨਾ ਹੈ, ਕਿਸਾਨਾਂ ਨੂੰ ਮੇਨ ਸਟ੍ਰੀਮ ਮੁੱਖ ਧਾਰਾ ਦੀ ਪੋਲਿਟਿਕਸ ਚ ਆਉਣਾ ਪਏਗਾ। ਅਸੀਂ ਇਸ ਗੱਲ ਲਈ ਵਚਨਬੱਧ ਹਾਂ। ਮਿਸ਼ਨ ਪੰਜਾਬ ਪਹਿਲਾਂ ਐਲਾਨ ਕੀਤਾ ਸੀ, ਕੱਲ ਨੂੰ ਚੜੂਨੀ ਸਾਹਿਬ 11 ਵਜੇ ਇੱਕ ਰਾਜਨੀਤਿਕ ਧਿਰ ਦਾ ਐਲਾਨ ਕਰਨਗੇ। ਮਿਸ਼ਨ ਪੰਜਾਬ ਨੂੰ ਅੱਗੇ ਚਲਾਏਗੀ ਤੇ ਲੋਕਾਂ ਦਾ ਰਾਜ। ਨਹੀਂ, ਦੇਖੋ ਤੁਹਾਨੂੰ ਸਾਥ ਮਿਲੇਗਾ ਕਿਸੇ ਜਥੇਬੰਦੀ ਦਾ ਕਿ ਨਹੀਂ? ਬਹੁਤ ਸਾਰੇ ਕਿਸਾਨ ਜਥੇਬੰਦੀ, ਬਹੁਤ ਸਾਰੀਆਂ ਜਥੇਬੰਦੀਆਂ ਨਾਲ ਬੈਕਡੋਰ ਤੋਂ ਗੱਲ ਚੱਲ ਰਹੀ ਹੈ। ਆਉਣ ਵਾਲੇ ਦਿਨਾਂ 'ਚ ਨਵੇਂ ਤੋਂ ਨਵੀਂ ਗੱਲ, ਨਵਾਂ ਧਮਾਕਾ ਤੁਹਾਡੇ ਸਾਹਮਣੇ ਹੋਏਗਾ। ਬਿਲਕੁਲ ਇਸ ਚੀਜ਼ ਦੀ ਚਿੰਤਾ ਨਾ ਕਰੋ। ਠੀਕ ਹੈ, ਚਲੋ ਮੈਂ ਇੱਕ ਵਾਰੀ ਪੋਲੀਟੀਕਲ ਪਾਰਟੀਆਂ ਦਾ ਰੁਖ ਕਰਦਾ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਵਾਪਸ ਆਊਂਗਾ। ਬਹੁਤ ਸਾਰੇ ਸਵਾਲ ਨੇ ਪ੍ਰਿੰਸ ਜੀ ਔਰ ਝੰਡਾ ਸਿੰਘ ਜੀ। ਪਹਿਲਾਂ ਮੈਂ ਕਮਲਜੀਤ ਬਰਾੜ ਜੀ ਦਾ ਰੁਖ ਕਰਦਾ, ਕਾਂਗਰਸ ਤੋਂ ਸਾਡੇ ਨਾਲ ਨੇ। ਕਮਲ ਜੀ, ਪਹਿਲਾ ਸਵਾਲ ਇਹੀ ਕਿ ਕੋਈ ਕਿਸਾਨ ਆਗੂ ਸੰਪਰਕ ਦੇ ਵਿੱਚ ਹੈ ਕਾਂਗਰਸ ਦੇ? ਦੇਖੋ, ਇਹ ਕਿਸਾਨ ਆਗੂ ਨੇ ਅਸਲ 'ਚ ਵੱਡੀ ਜਥੇਬੰਦੀ ਆ ਪੰਜਾਬ ਦੀ, ਉਗਰਾਹਾਂ ਜਥੇਬੰਦੀ, ਜਿਹੜੀ ਸਭ ਤੋਂ ਵੱਡਾ ਕਾਡਰ ਹੈ ਇਹਨਾਂ ਕੋਲੇ ਜੀ। ਦਕੌਂਦਾ ਵੱਡੀ ਜਥੇਬੰਦੀ ਆ, ਕ੍ਰਾਂਤੀਕਾਰੀ ਯੂਨੀਅਨ ਆ, ਸਿੱਧੂਪੁਰਾ, ਇਹ ਬੜੇ ਘੋਲ ਲੜੇ ਇਹਨਾਂ ਨੇ ਤੇ ਫੈਸਲਾ ਕੁਨ ਮੋੜ ਤੇ ਲੈ ਕੇ ਗਏ ਆ ਘੋਲਾਂ ਨੂੰ। ਇਹ ਵੱਡੀਆਂ ਜਥੇਬੰਦੀਆਂ, ਸੂਝਵਾਨ ਆਗੂ ਇਹਨਾਂ ਦੇ, ਤੇ ਇਹਨਾਂ ਦੀ ਜਿਹੜੀ ਆਵਾਜ਼ ਆਈ ਹੈ, ਜਿਹੜਾ ਇਹਨਾਂ ਦਾ ਫੈਸਲਾ ਹੈ ਕਿ ਅਸੀਂ ਚੋਣਾਂ ਨਹੀਂ ਲੜਨੀਆਂ। ਅਸਲ 'ਚ ਜਥੇਬੰਦੀਆਂ ਦਾ ਧਿਆਨ, ਜਿਵੇਂ ਕਿਸਾਨ ਜਥੇਬੰਦੀ ਆ, ਉਹਦਾ ਕਿਸਾਨਾਂ ਦੇ ਮੁੱਦਿਆਂ ਤੇ ਧਿਆਨ ਆ। ਅਧਿਆਪਕਾਂ ਦੀ ਜਥੇਬੰਦੀ ਆ, ਉਹਨਾਂ ਦਾ ਅਧਿਆਪਕਾਂ ਦੇ ਮੁੱਦਿਆਂ ਤੇ ਧਿਆਨ ਆ। ਬੜੀਆਂ ਜਥੇਬੰਦੀਆਂ, ਬੜੀਆਂ ਯੂਨੀਅਨਾਂ ਬਣੀਆਂ ਹੋਈਆਂ, ਹਰ ਇੱਕ ਦਾ ਆਪਣਾ ਆਪਣਾ ਮਸਲਾ ਹੁੰਦਾ, ਆਪਣੇ ਦੇਖੋ ਸੋਚ ਇਹਨਾਂ ਦੀ ਆ ਕਿ ਅਸੀਂ ਕੀ ਲੜਨਾ ਹੈ। ਜੇ ਨਹੀਂ ਲੜਨੀ ਚੋਣ, ਕਾਡਰ ਤਾਂ ਇਹਨਾਂ ਕੋਲ ਬਹੁਤ ਵਧੀਆ ਹੈਗਾ। ਹੁਣ ਕਾਡਰ ਹੋਰ ਮਜ਼ਬੂਤ ਹੋਇਆ ਇਸ ਅੰਦੋਲਨ ਦੇ ਰਾਹੀਂ, ਇਹਨਾਂ ਦਾ ਪਹਿਲਾਂ ਨਾਲੋਂ ਵਿਸ਼ਾਲ ਹੋਇਆ। ਜੇ ਚੋਣ ਨਹੀਂ ਲੜਨ ਦਾ ਫੈਸਲਾ ਇਹਨਾਂ ਨੇ ਲਿਆ ਹੈ ਤਾਂ ਪਰ ਇੰਨਾ ਘੱਟੋ ਘੱਟ ਜ਼ਰੂਰ ਧਿਆਨ ਰੱਖਣ। ਮੇਰੀ ਆਪਣੀ ਪਰਸਨਲ ਰਾਏ ਹੈ, ਨਿੱਜੀ, ਮੈਂ ਰਾਜਨੀਤਿਕ ਤੌਰ ਤੇ ਨਹੀਂ, ਮੈਂ ਆਪਦੇ ਇੱਕ ਕਿਸਾਨ ਹੋਣ ਦੇ ਨਾਤੇ, ਦਰਮਿਆਨਾ ਕਿਸਾਨ ਹੋਣ ਦੇ ਨਾਤੇ ਰਾਏ ਦਿੰਦਾ ਹੈ ਕਿ ਪੂਰੇ ਪੰਜਾਬ 'ਚ 117 ਸੀਟਾਂ ਦੇ ਉੱਤੇ ਜਿਹੜੇ ਤੁਹਾਡੇ ਚੰਗੇ, ਤੁਹਾਡੇ ਨਾਲ ਜਿਨ੍ਹਾਂ ਨੇ ਸਾਥ ਦਿੱਤਾ, ਜਿਹੜੇ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਬੰਦੇ ਹੋਣ, ਘੱਟੋ ਘੱਟ ਜ਼ਰੂਰ ਉਹਨਾਂ ਦਾ ਸਮਰਥਨ ਹੋਵੇ। ਰਾਜਨੀਤਿਕ ਚਿਹਰੇ ਉਹ ਅੱਗੇ ਆਉਣ। ਚਾਹੇ ਮਤਲਬ ਤੁਸੀਂ ਸਲਾਹ ਦੇ ਰਹੇ ਹੋ ਕਿ ਖੁਦ ਇਲੈਕਸ਼ਨ ਨਾ ਲੜੋ, ਸਮਰਥਨ ਕਰ ਦਿਓ? ਨਹੀਂ, ਇਹ ਮੇਰੀ ਸਲਾਹ ਨਹੀਂ, ਮੇਰੀ ਕੋਈ ਸਲਾਹ ਨਹੀਂ। ਇਹਨਾਂ ਮੈਂ 4 ਜਥੇਬੰਦੀਆਂ ਜਿਹੜੀਆਂ, ਮੈਂ ਡੱਲੇਵਾਲ ਸਾਹਿਬ, ਰਾਜੇਵਾਲ ਸਾਹਿਬ ਦਾ ਤੁਸੀਂ ਹੁਣੇ ਬਿਆਨ ਸੁਣਾਇਆ, ਇਹ ਮੇਰੀ ਕੋਈ ਰਾਏ ਨਹੀਂ, ਫੈਸਲਾ ਇਹਨਾਂ ਦਾ ਹੈ। ਅਸੀਂ ਦਿੱਲੀ ਵੀ ਸਾਰੇ ਲੋਕ ਇਹਨਾਂ ਦੇ ਫੈਸਲੇ ਤੇ ਇਹਨਾਂ ਦੇ ਮਗਰ ਫੁੱਲ ਚੜਾ ਕੇ ਗਏ ਆ। ਇਹ ਨਹੀਂ ਕੋਈ ਸਾਡੀ ਰਾਏ ਨਹੀਂ ਹੈਗੀ, ਇਹ ਇਹਨਾਂ ਦਾ ਨਿੱਜੀ ਫੈਸਲਾ ਹੈ। ਬਹੁਤ ਸਿਆਣੇ ਤੇ ਸੂਝਵਾਨ ਲੋਕ ਨੇ। ਇਹਨਾਂ ਨੇ ਕੋਈ ਇੱਕ ਘੋਲ ਲੜਿਆ। ਝੰਡਾ ਸਿੰਘ ਜੇਠੂਕੇ ਸਾਹਿਬ ਬੋਲ ਕੇ ਗਏ ਆ ਕਿ ਕਦੋਂ ਦੀ ਜਥੇਬੰਦੀ ਬਣੀ ਹੈ ਤੇ ਕਿੰਨੇ ਲੋਕ ਘੋਲ ਲੜੇ, ਮੈਂ ਗਿਣਾ ਸਕਦਾ ਕਿੰਨੇ ਘੋਲ ਇਹਨਾਂ ਨੇ ਫੈਸਲਾ ਕੋਲ ਮੋੜ ਤੇ ਲੈ ਕੇ ਗਏ ਆ। ਸੂਝਵਾਨ ਨੇ ਇਹ। ਹਾਂ, ਜੇ ਨਹੀਂ ਲੜਨ ਦਾ ਇਹਨਾਂ ਦਾ ਵਿਚਾਰ ਹੈ ਤਾਂ ਚੰਗੇ ਲੋਕਾਂ ਨੂੰ ਹਮਾਇਤ ਦੇਣ, ਜਿਹੜਾ ਲੱਗਦਾ ਇਹਨਾਂ ਨੂੰ ਕਿ ਇਹਨਾਂ ਦੇ ਘੋਲ ਦੇ ਵਿੱਚ ਇਹਨਾਂ ਦੀ ਹਮਾਇਤ ਕਰ ਸਕਦੇ ਆ। ਦੇਖੋ, ਜੇ ਹੁਣ ਬੀਜੇਪੀ ਦੀ ਗੱਲ ਕਰਾਂ, ਮੈਂ ਬੀਜੇਪੀ ਇਲਜ਼ਾਮ ਲਾਉਂਦੀ ਸੀ ਨਾ, ਜੇ ਕਿਤੇ ਕਾਂਗਰਸ ਜਾਂ ਕੋਈ ਹੋਰ ਪਾਰਟੀ ਘੋਲ ਚ ਹੁੰਦੀ, ਰਾਜਨੀਤਿਕ ਹੁੰਦੀ,
ਤਾਂ ਬੀਜੇਪੀ ਨੇ ਉਸ ਘੋਲ ਨੂੰ ਖੜਾ ਦੇਣਾ ਸੀ। ਅੱਜ ਜੇ ਰਾਜਨੀਤੀ ਉਸ ਅੰਦੋਲਨ ਤੋਂ ਘੋਲ ਤੋਂ ਦੂਰ ਰਹੀ ਆ ਤੇ ਜਿੱਤ ਤਾਂ ਹੀ ਹੋਈ ਹੈ ਨਾ ਕਿਸਾਨਾਂ ਦੀ, ਤਾਂ ਹੀ ਸਦੀਆਂ ਬਾਅਦ ਐਡਾ ਆਜ਼ਾਦੀ ਤੋਂ ਬਾਅਦ ਐਡਾ ਘੋਲ ਜਿੱਤਿਆ ਕਿਸਾਨਾਂ ਨੇ। ਇਹ ਕਿਸਾਨਾਂ ਨੂੰ ਸਿਰਾ ਜਾਂਦਾ ਕਿ ਜਾਬਰ ਜ਼ਾਲਮ ਹਕੂਮਤ ਦੀ ਧੌਣ ਚੋਂ ਕਿੱਲਾ ਕੱਢਿਆ। ਰਾਜਨੀਤਿਕ ਲੋਕ ਐਡਾ ਘੋਲ ਥੋੜੀ ਲੜ ਸਕਦੇ ਆ, ਰਾਜਨੀਤਿਕ ਪਾਰਟੀਆਂ ਐਡਾ ਘੋਲ ਨਹੀਂ ਲੜ ਸਕਦੀਆਂ। ਜੇ ਬਿੱਲ ਵਾਪਸ ਹੋਇਆ ਤੇ ਕਿਸਾਨ ਯੂਨੀਅਨ ਤੇ ਕਿਸਾਨਾਂ ਦੀ ਬਦੌਲਤ ਹੋਇਆ, ਆਮ ਲੋਕਾਂ ਦੀ ਬਦੌਲਤ ਹੋਇਆ, ਰਾਜਨੀਤਿਕ ਪਾਰਟੀਆਂ ਦਾ। ਸਾਡੇ ਨਾਲ ਬੀਜੇਪੀ ਦੇ ਨੁਮਾਇੰਦੇ ਜੁੜੇ ਹੋਏ ਨੇ, ਕੁਲਦੀਪ ਧਾਲੀਵਾਲ ਜੀ। ਕੁਲਦੀਪ ਜੀ, ਪਹਿਲਾ ਸਵਾਲ ਤਾਂ ਇਹੀ ਹੈ, ਕਿਉਂਕਿ ਬੀਜੇਪੀ ਦੇ ਆਗੂ ਜਦੋਂ ਪੂਰਾ ਅੰਦੋਲਨ ਜਾਰੀ ਸੀ ਉਸ ਸਮੇਂ ਕਹਿੰਦੇ ਸੀ ਕਿ ਇੱਕ ਵਾਰ ਤੁਸੀਂ ਅੰਦੋਲਨ ਖਤਮ ਹੋਣ ਦਿਓ, ਉਸ ਤੋਂ ਬਾਅਦ ਦੇਖਿਓ ਕਿਵੇਂ ਜਥੇਬੰਦੀਆਂ ਦੇ ਆਗੂ ਜਾਣਗੇ ਜਾਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾਂ ਆਪਣੀਆਂ ਚੋਣਾਂ ਲੜਨ ਦਾ ਜਿਹੜਾ ਉਹਨਾਂ ਦੀ ਅੰਦਰ ਇੱਛਾ ਹੈ ਉਹ ਬਾਹਰ ਆਏਗੀ। ਪੰਜਾਬ ਦੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਕੀ ਕਰਕੇ ਕਿ ਅਸੀਂ ਨਹੀਂ ਇਲੈਕਸ਼ਨ ਲੜਨੇ ਹੈਗੇ। ਇਹ ਦੇਖੋ, ਮੈਂ ਪਹਿਲਾਂ ਤਾਂ ਜਿਹੜੀ ਗੱਲ ਕਾਂਗਰਸ ਦੇ ਬੁਲਾਰੇ ਸਤਿਕਾਰਯੋਗ ਨੇ ਬਰਾੜ ਸਾਹਿਬ, ਔਰ ਮੈਂ ਇਹਨਾਂ ਨੂੰ ਬੜੇ ਨੌਜਵਾਨ ਤੇ ਜੋਸ਼ੀਲੇ ਆਗੂ ਵੀ ਮੰਨਦਾ, ਪਰ ਜਿਸ ਤਰੀਕੇ ਨਾਲ ਉਹ ਡਰ ਰਹੇ ਨੇ, ਜਿਸ ਤੇ ਉਹਨਾਂ ਦੇ ਵਿੱਚੋਂ ਘਬਰਾਹਟ ਜਿਹੜੀ ਜ਼ਾਹਰ ਹੋ ਰਹੀ ਹੈ, ਜੇ ਕਿਤੇ ਕਿਸਾਨ ਜਥੇਬੰਦੀਆਂ ਮੈਦਾਨ 'ਚ ਆ ਗਈਆਂ ਤਾਂ ਸਾਡਾ ਕੀ ਬਣੂਗਾ, ਉਹ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਪਦੀ ਗੱਲ ਰੱਖ ਰਿਹਾ ਵੀ ਮੈਂ ਸੁਝਾਅ ਨਹੀਂ ਦਿੰਦਾ, ਮੈਂ ਨਹੀਂ ਕਰਦਾ। ਉਹਨਾਂ ਨੂੰ ਡਰਨਾ ਨਹੀਂ ਚਾਹੀਦਾ। ਉਹ ਵੀ ਨੌਜਵਾਨ ਨੇ, ਨਵੇਂ ਮੁੰਡਿਆਂ ਨੂੰ ਵੀ ਆਉਣਾ ਚਾਹੀਦਾ ਅੰਦੋਲਨ ਦੇ ਵਿੱਚੋਂ। ਜਿਹੜਾ ਹੈਗਾ ਪਹਿਲਾਂ ਵੀ ਇੱਕ ਆਮ ਆਦਮੀ ਪਾਰਟੀ ਨਿਕਲੀ ਹੈ, ਅੰਦੋਲਨ ਚੋਂ ਹੀ ਨਿਕਲੀ ਹੈ, ਉਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਿਆ ਸੀ। ਤੇ ਜੇ ਕੋਈ ਹੋਰ ਭਰਾ ਸਾਡੇ ਆ ਕੇ ਰਾਜਨੀਤੀ 'ਚ ਬਦਲਾਅ ਕਰ ਸਕਦੇ ਆ ਤਾਂ ਉਹ ਸਾਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ। ਉਹਨਾਂ ਦਾ ਜਿਹੜਾ ਹੱਕ ਹੈ ਇਸ ਦੇ ਉੱਤੇ ਤਾਂ ਕੋਈ ਬਹਿਸ ਹੀ ਨਹੀਂ ਹੋਣੀ ਚਾਹੀਦੀ। ਉਹ ਜੋ ਭਾਵੇਂ ਕਿਸੇ ਵੀ ਪਾਰਟੀ 'ਚ ਹੋਣ, ਜੇ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਭਾਈ ਮੁੱਖ ਮੰਤਰੀ ਬਣੇ, ਕੋਈ ਅੱਜ ਰਾਜੇਵਾਲ ਸਾਹਿਬ ਕਹਿੰਦੇ ਮੈਨੂੰ ਰਾਸ਼ਟਰਪਤੀ ਬਣਾਉਂਦੇ, ਜੇ ਰਾਸ਼ਟਰਪਤੀ ਬਣਨਾ ਚਾਹੁੰਦਾ ਰਾਸ਼ਟਰਪਤੀ ਬਣੇ। ਉਹਦੇ 'ਚ ਮਾੜਾ ਕੀ ਹੈ? ਉਹਨਾਂ ਦਾ ਪਰਸਪੈਕਟਿਵ ਲੋਕਾਂ ਦੀਆਂ ਵੋਟਾਂ ਨਾਲ ਮਜ਼ਬੂਤ ਹੋਰ ਨਹੀਂ ਹੋਊਗਾ। ਜੇ ਕਿਸੇ ਵੀ ਪਰਸਪੈਕਟਿਵ ਨੂੰ ਲੋਕਾਂ ਦੀ ਵੋਟ ਦੀ ਤਾਕਤ ਮਿਲ ਜਾਂਦੀ ਹੈ ਤਾਂ ਉਹ ਪਰਸਪੈਕਟਿਵ ਮਜ਼ਬੂਤ ਹੁੰਦਾ। ਨਹੀਂ, ਫਿਰ ਤੁਸੀਂ ਸਲਾਹ ਦੇ ਰਹੇ ਹੋ, ਤੁਸੀਂ ਨਹੀਂ ਧਾਲੀਵਾਲ ਸਾਹਿਬ, ਤੁਸੀਂ ਸਲਾਹ ਦੇ ਰਹੇ ਹੋ ਜਥੇਬੰਦੀਆਂ ਨੂੰ ਕਿ ਆਓ ਇਲੈਕਸ਼ਨ ਲੜੋ। ਨਹੀਂ, ਮੈਂ ਸਲਾਹ ਨਹੀਂ ਦੇ ਰਿਹਾ। ਮੈਂ ਤਾਂ ਇਸ ਗੱਲ ਤੇ ਪੱਖ ਰੱਖ ਰਿਹਾ ਹੁੰਦਾ ਕਿ ਲੋਕਤੰਤਰਿਕ ਜਿਹੜਾ ਅਧਿਕਾਰ ਹੈ ਕਿਸੇ ਦਾ ਵੀ ਲੜਨ ਦਾ, ਔਰ ਨੌਜਵਾਨਾਂ ਨੂੰ, ਨਵੇਂ ਮੁੰਡਿਆਂ ਨੂੰ ਆਉਣਾ ਚਾਹੀਦਾ ਹੈ ਰਾਜਨੀਤੀ ਦੇ ਵਿੱਚ, ਉਹ ਕਿਸੇ ਵੀ ਪੱਖ ਤੋਂ ਆਉਣ। ਤਾਂ ਮੈਂ ਤਾਂ ਬਰਾੜ ਸਾਹਿਬ ਦੇ ਵੀ ਦੇਖੋ, ਕਾਂਗਰਸ ਦੇ ਵਿੱਚ ਬਰਾੜ ਸਾਹਿਬ ਵਰਗੇ ਨਵੇਂ ਯੰਗ ਚਿਹਰੇ ਆ ਰਹੇ ਆ, ਅੱਛੀ ਗੱਲ ਹੈ, ਕੁਛ ਨਾ ਕੁਛ ਬਦਲੂਗਾ ਇਹਦੇ ਨਾਲ, ਭਾਵੇਂ ਸਾਡੇ ਵਿਚਾਰ ਨਹੀਂ ਰਲਦੇ, ਪਰ ਇਹ ਚੀਜ਼ਾਂ ਅੱਛੀਆਂ ਹੈਗੀਆਂ, ਅੱਛੀ ਚੀਜ਼ ਸ਼ੁਰੂਆਤ। ਠੀਕ ਹੈ, ਮੈਂ ਇੱਕ ਰਿਐਕਸ਼ਨ ਲੈ ਲਾਂ, ਉਸ ਤੋਂ ਬਾਅਦ ਮੈਂ ਰੁਕ ਕਰਦਾ ਵਾਪਸ ਕਿਸਾਨ ਆਗੂਆਂ ਦਾ। ਕਮਲਜੀਤ ਜੀ, ਇਹ ਤੁਹਾਡੀ ਘਬਰਾਹਟ ਹੈ? ਦੇਖੋ, ਬੀਜੇਪੀ ਨੂੰ ਲੱਗ ਰਿਹਾ ਕਿ ਤੁਹਾਡੀ ਘਬਰਾਹਟ ਹੈ, ਇਸ ਕਰਕੇ ਤੁਸੀਂ ਇੱਕ ਤਰੀਕੇ ਨਾਲ ਕਹਿ ਰਹੇ ਹੋ ਕਿ ਬਾਕੀਆਂ ਦੀ ਸਪੋਰਟ ਕਰ ਦਿਓ, ਇਲੈਕਸ਼ਨ ਨਾ ਲੜੋ। ਗੌਰਵ ਜੀ, ਮੈਂ ਭਾਜਪਾ ਦੇ ਬੁਲਾਰੇ ਨੂੰ ਇਹ ਗੱਲ ਦੱਸ ਦਿਆਂ, ਘਬਰਾਵੇ ਉਹ, ਡਰੇ ਉਹ ਜਿਨ੍ਹਾਂ ਦੇ ਕਰਕੇ 800 ਕਿਸਾਨ ਸ਼ਹੀਦ ਹੋਏ ਆ। ਡਰੇ ਉਹ ਕਿਸਾਨਾਂ ਤੋਂ, ਉਹ ਡਰੇ ਜਿਨ੍ਹਾਂ ਨੇ ਜੀਪਾਂ ਦੇ ਥੱਲੇ ਦੇ ਕੇ ਭਾਜਪਾ ਦੇ ਮੰਤਰੀਆਂ ਨੇ ਕਿਸਾਨ ਦਰੜੇ ਆ। ਡਰੇ ਉਹ ਜਿਨ੍ਹਾਂ ਨੇ 800 ਪਰਿਵਾਰਾਂ ਦੇ ਜੀਵ ਜਿਨ੍ਹਾਂ ਕਰਕੇ ਗਵਾਚੇ ਆ। ਇਹ ਖਿੜੇ ਮੱਥੇ ਪ੍ਰਵਾਨ ਕਰਦੀ ਆ ਭਾਜਪਾ। ਵਿੱਚ ਨਾ ਬੋਲ ਬਈ, ਵਿੱਚ ਨਾ ਬੋਲ। ਉਹਦੀ ਬੋਲ ਸਕਦਾ ਸੀ, ਮੈਂ ਵਿੱਚ ਨਹੀਂ ਬੋਲਣਾ। ਉਦੋਂ ਹੀ ਇੱਕ ਕਰਕੇ ਪਲੀਜ਼, ਇੱਕ ਕਰਕੇ। ਹਾਂ, ਮੇਰੀ ਗੱਲ 'ਚ ਨਹੀਂ ਬੋਲਣਾ। ਮੈਂ ਇਹ ਗੱਲ ਕਹਿੰਦਾ ਵੀ ਡਰੇ ਉਹ। ਸਵਾਗਤ ਜਦੋਂ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਹੈ ਨਾ ਪੰਜਾਬ ਦੀ, ਉਹ ਹੁਣੇ ਤੁਹਾਡੇ ਸਾਹਮਣੇ ਨਾਲ ਬੈਠਾ ਸਜੇਠੂਕੇ ਸਾਹਿਬ, ਸਰਦਾਰ ਝੰਡਾ ਸਿੰਘ ਹੁਣੇ ਕਹਿ ਕੇ ਗਏ ਅਸੀਂ ਲੜਦੇ। ਇਹ ਫੈਸਲਾ ਕਿਸਾਨ ਜਥੇਬੰਦੀਆਂ ਦੀਆਂ ਚੋਣ ਲੜਨ ਦਾ, ਇਹ ਕਾਂਗਰਸ, ਅਕਾਲੀ ਜਾਂ ਭਾਜਪਾ ਜਾਂ ਆਮ ਆਦਮੀ ਇਹਨਾਂ ਦਾ ਨਹੀਂ ਫੈਸਲਾ। ਇਹ ਫੈਸਲਾ ਉਹਨਾਂ ਦਾ ਹੈ। ਡਰਨਾ ਉਹਨੂੰ ਚਾਹੀਦਾ ਜਿੰਨਾ ਕਰਕੇ ਖਿੜੇ ਮੱਥੇ ਕਬੂਲ ਕਰੋ ਕਿ ਤੁਸੀਂ 800 ਕਿਸਾਨ ਦੀ ਸ਼ਹੀਦ ਹੋਣ ਦੇ ਜਿਹੜੇ ਕੀਤੇ ਤੁਸੀਂ ਜ਼ਿੰਮੇਵਾਰ ਹੋ। ਫਿਰ ਰਾਜੇਵਾਲ ਸਾਹਿਬ ਦਾ ਇੱਕ ਬੜਾ ਵਧੀਆ ਬਿਆਨ ਆਇਆ ਸੀ ਕਿ ਇਹ ਬਿੱਲ ਤੁਸੀਂ ਹਿੱਕ ਦੇ ਜ਼ੋਰ ਤੇ ਵਾਪਸ ਕਰਾਇਆ, ਕਿਸੇ ਨੇ ਥਾਲੀ 'ਚ ਪਰੋਸ ਕੇ ਨਹੀਂ ਦਿੱਤੇ। ਕਿਤੇ ਉਹਨਾਂ ਲੋਕਾਂ ਨੇ ਕੋਈ ਸਾਂਝ ਨਾ ਰੱਖਿਓ ਜਿਨ੍ਹਾਂ ਕਰਕੇ ਆਪਣੇ 800 ਸਾਥੀ ਸ਼ਹੀਦ ਹੋਏ ਆ, ਜਿਨ੍ਹਾਂ ਨੇ ਜੇਠ ਹਾੜ ਦੀਆਂ ਧੁੱਪਾਂ 'ਚ ਸਾਨੂੰ ਸਾੜਿਆ ਏ, ਜਿਨ੍ਹਾਂ ਨੇ ਪੋਹ ਮਾਘ ਦੀਆਂ ਰਾਤਾਂ 'ਚ ਠਾਰਿਆ ਏ, ਜਿਨ੍ਹਾਂ ਨੇ ਰਾਤ ਨੂੰ ਹਨੇਰੀਆਂ ਰਾਤਾਂ ਸਾਨੂੰ ਕੱਟਣ ਲਈ ਮਜਬੂਰ ਕੀਤਾ ਤੇ ਪਿੱਛੇ ਪਰਿਵਾਰਾਂ ਦੇ ਜਵਾਨ ਬੱਚੇ। ਠੀਕ ਹੈ, ਮੈਂ ਜਵਾਬ ਲੈ ਲਵਾਂ ਧਾਲੀਵਾਲ ਸਾਹਿਬ। ਧਾਲੀਵਾਲ ਸਾਹਿਬ। ਗੌਰਵ ਜੀ, ਮੈਨੂੰ ਨਾ ਹਾਸਾ ਆਉਂਦਾ ਬਰਾੜ ਸਾਹਿਬ ਤੇ, ਬੜੇ ਸਿਆਣੇ ਆਗੂ ਆ, ਪਰ ਜਿਹੜਾ ਅੱਜ ਉਹਨਾਂ ਦਾ ਡਰ ਹੈ ਨਾ, ਖੁੱਲ ਕੇ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਤੁਹਾਡੇ ਮਾਧਿਅਮ ਰਾਹੀਂ ਜਾ ਰਿਹਾ। ਨਹੀਂ, ਕਿਉਂ ਤੁਹਾਨੂੰ ਡਰ ਕਿਉਂ ਲੱਗ ਰਿਹਾ? ਕਿਹੜੀ ਗੱਲ ਤੋਂ ਡਰ ਲੱਗ ਰਿਹਾ? ਦਾ ਵੀ ਡਰ ਹੈ। ਇਹ ਡਰਦੇ ਨੇ ਵੀ ਕਿ ਨਵੇਂ ਲੋਕ ਕਿਤੇ ਆ ਨਾ ਜਾਣ। ਇਹਨਾਂ ਨੂੰ ਇਹ ਹੈ ਕਿ ਜਿਹੜੇ ਨਵੇਂ ਲੋਕ ਹੈ, ਜਿਨ੍ਹਾਂ ਦੀ ਗੱਲ ਮੰਨੀ ਗਈ ਹੈ ਕੇਂਦਰ ਦੇ ਵਿੱਚ, ਜਿਨ੍ਹਾਂ ਨੇ ਮਤਲਬ ਐਡਾ ਵੱਡਾ ਅੰਦੋਲਨ ਖੜਾ ਕੀਤਾ, ਉਹ ਲੋਕ ਕਿਤੇ ਰਾਜਨੀਤੀ 'ਚ ਨਾ ਆ ਜਾਣ। ਸਾਡੇ ਜਿਹੜੇ ਅਸੀਂ ਪਹਿਲਾਂ ਰੇਤ ਮਾਫੀਆ, ਦੂਜਾ ਮਾਫੀਆ, ਮਾਈਨਿੰਗ ਚੱਲਦੀ ਸੀ ਸਾਡੀ, ਨਹੀਂ ਤੁਹਾਨੂੰ ਕੋਈ ਟੈਨਸ਼ਨ ਨਹੀਂ। ਨਹੀਂ ਕੁਲਦੀਪ ਜੀ, ਤੁਹਾਨੂੰ ਕੋਈ ਟੈਨਸ਼ਨ ਨਹੀਂ ਪੋਲੀਟੀਕਲ ਪਾਰਟੀ ਹੋਣ ਦੇ ਨਾਤੇ, ਤੁਹਾਨੂੰ ਕੋਈ ਟੈਨਸ਼ਨ ਨਹੀਂ। ਜੇ ਕਿਸਾਨ ਆਗੂ ਆ ਕੇ ਇਲੈਕਸ਼ਨ ਲੜਨ ਲੱਗ ਗਏ, ਫਿਰ ਬੀਜੇਪੀ ਦੀ ਵੀ ਵੋਟ ਤਾਂ ਜਾ ਸਕਦੀ ਹੈ ਨਾ ਉਸ ਵਾਲੇ ਪਾਸੇ। ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ? ਤੁਹਾਨੂੰ ਲੱਗਦਾ ਕਿ ਇਹ ਸਮੀਕਰਨ ਸਾਡੇ ਲਈ ਫਿੱਟ ਬੈਠ ਸਕਦੇ ਨੇ?
ਮੈਂ ਤਾਂ ਗੌਰਵ ਜੀ ਸਮੀਕਰਨ ਦੀ ਗੱਲ ਨਹੀਂ, ਮੈਂ ਤਾਂ ਰਾਜਨੀਤੀ ਤੇ ਪਾਰਟੀ ਤੋਂ ਉੱਤੇ ਉੱਠ ਕੇ ਗੱਲ ਕੀਤੀ। ਮੈਂ ਤਾਂ ਬਰਾੜ ਸਾਹਿਬ ਦਾ ਵੀ ਸਵਾਗਤ ਕੀਤਾ, ਨੌਜਵਾਨ ਆਗੂ ਨੇ ਆਉਣਾ ਚਾਹੀਦਾ, ਦੂਜੀ ਪੀੜ੍ਹੀ ਹੈ, ਜੇ ਨਵੇਂ ਮੁੰਡੇ ਆਉਂਦੇ ਤਾਂ ਸਵਾਗਤ ਕਰੋ, ਮਾੜਾ ਕੀ ਹੈ ਉਹਦੇ 'ਚ। ਠੀਕ ਹੈ, ਨਹੀਂ ਉਹ ਬਰਾੜ ਸਾਹਿਬ ਤੁਸੀਂ ਸਵਾਗਤ ਨਹੀਂ ਕਰ ਰਹੇ, ਇਸ ਦਾ ਮਤਲਬ ਦੇਖੋ ਬੀਜੇਪੀ ਨੂੰ ਲੱਗ ਰਿਹਾ ਕਿ ਕਾਂਗਰਸ ਸਵਾਗਤ ਨਹੀਂ ਕਰ ਰਹੀ। ਪਹਿਲੀ ਗੱਲ ਤਾਂ ਭਾਜਪਾ ਵਾਲਾ ਕਹਿੰਦਾ ਅਸੀਂ ਗੱਲ ਮੰਨੀ ਆ ਕਿਸਾਨਾਂ ਦੀ, ਮੰਨੀ ਮੁੰਨੀ ਨਹੀਂ ਮਨਵਾਈ ਆ। ਇੱਕ ਤੇ ਗੋਡਾ ਧਰ ਕੇ ਧੌਣ ਚੋਂ ਕਿੱਲਾ ਕੱਢਿਆ ਏ, ਸਾਰਿਆਂ ਦੇ ਮੂੰਹ ਬੰਦ ਕੀਤੇ। ਜਿਹੜੇ ਚੈਨਲ ਤੋਂ ਸਣੇ ਕੁਲਦੀਪ ਢਾਲੀਵਾਲ, ਸਣੇ ਹਰਜੀਤ ਗਰੇਵਾਲ, ਸਣੇ ਜਿਆਣੀ ਸਾਹਿਬ ਜਿਹੜੇ ਬੋਲਦੇ ਸੀ ਬਿੱਲ ਵਾਪਸ ਨਹੀਂ ਹੋਣੇ, ਵਾਪਸ ਨਹੀਂ ਹੋਣੇ ਕਰਾਏ ਆ। ਨਵੀਂ ਗੋਡਾ ਧਰ ਕੇ ਮਿਲੀ ਹੈ, ਆਪਣੀ ਭਾਸ਼ਾ ਠੀਕ ਕਰ ਲਓ ਥੋੜੀ ਜੀ ਪਹਿਲਾਂ। ਨਾ ਭਾਸ਼ਾ ਬਹੁਤ ਵਧੀਆ ਹੈ। ਸਰਕਾਰ ਨਾਲ ਬੋਲਦੇ ਆ ਨਾ, ਤੁਸੀਂ ਵੀ ਸਰਕਾਰ ਨਾਲ ਬੋਲੋ, ਸਾਨੂੰ ਵੀ ਬੋਲਣਾ ਆਉਂਦਾ ਹੈ। ਜਵਾਬ ਇੱਕ ਦਾ ਪੱਤਰ ਨਾਲ ਦੇਣਾ ਜਾਣਦਾ ਹੈ। ਜੇ ਮੈਂ ਸਰਕਾਰ ਨਾਲ ਗੱਲ ਕਰਦਾ, ਸਰਕਾਰ ਨਾਲ ਗੱਲ ਕਰੋ। ਤੈਨੂੰ ਕੌਣ ਰੋਕਦਾ? ਦੇ ਦੀ ਜਵਾਬ। ਕੌਣ ਰੋਕਦਾ ਜਵਾਬ ਦੇਣ ਤੋਂ? ਦਿੱਤਾ ਹੀ ਆ ਜਵਾਬ। ਤੂੰ ਐਵੇਂ ਡਰ ਕੇ ਹੀ ਜਾਣਾ, ਮੇਰਾ ਕਿਹੜਾ ਡਰ ਹੈ? ਮੈਂ ਜਿਹੜੀ ਤੂੰ ਤਲਾਕ ਦੀ ਭਾਸ਼ਾ ਨਾ, ਇਹਨੂੰ ਥੱਲੇ ਕਰੋ ਆਪਦੀ ਨੂੰ, ਔਰ ਹਿਸਾਬ ਤੇ ਜਵਾਬ ਤੋਂ ਜਿਹੜਾ ਮੈਨੂੰ ਆਏ ਦੱਸੋ। ਮੈਂ ਤੁਹਾਡਾ ਪਿਆਰ ਨਾਲ ਸਤਿਕਾਰ ਨਾਲ ਜਵਾਬ ਦੇ ਰਿਹਾ, ਪਿਆਰ ਸਤਿਕਾਰ ਨਾਲ ਜਵਾਬ ਦੇ। ਨਵੇਂ ਪ੍ਰਧਾਨ ਬਣੇ, ਪ੍ਰਧਾਨਗੀ ਦਾ ਨਸ਼ਾ ਇੰਨਾ ਠੀਕ ਨਹੀਂ ਹੁੰਦਾ। ਪ੍ਰਧਾਨਗੀ ਤੇਰੇ ਕਰਕੇ ਨਹੀਂ ਮਿਲੀ, ਪ੍ਰਧਾਨਗੀ ਮਿਹਨਤ ਕਰਕੇ ਮਿਲੀ ਆ, ਤੇਰੇ ਕਰਕੇ। ਜੇ ਤੂੰ ਨਹੀਂ ਭਰਾਵਾ ਦਵਾਈ ਪ੍ਰਧਾਨਗੀ, ਇਹ ਕਾਂਗਰਸ ਪਾਰਟੀ ਨੇ ਦਿੱਤੀ ਆ, ਮਿਹਨਤ ਨਾਲ ਮਿਲੀ ਆ। ਪ੍ਰਧਾਨਗੀ ਦਾ ਕੋਈ ਨਸ਼ਾ ਨਹੀਂ। ਦਰਸ਼ਕ ਦੇਖ ਰਹੇ ਨੇ ਕਿਹੜਾ ਤੂੰ ਤੜਾਕ ਕਰ ਰਿਹਾ ਤੇ ਕਿਹੜਾ ਸਤਿਕਾਰ ਕਰ ਰਿਹਾ। ਇਹ ਪ੍ਰਧਾਨਗੀ ਦਾ ਨਸ਼ਾ ਤੁਹਾਡੇ ਤੇ ਚੜਿਆ ਹੋਇਆ, ਇਹਨੂੰ ਥੋੜਾ ਜਿਹਾ ਠੀਕ ਕਰ ਦਿਓ। ਬੇਨਤੀ ਆਰਾਮ ਨਾਲ ਸਰ, ਇੱਕ ਘੰਟੇ ਆਰਾਮ ਨਾਲ ਪ੍ਰਧਾਨਗੀ ਦਾ ਬੇਨਤੀ ਕਰਦਾ, ਨਸ਼ਾ ਨਹੀਂ ਪ੍ਰਧਾਨਗੀ ਦਾ। ਟਿਕ ਜਾ, ਕੋਈ ਨਹੀਂ ਆਰਾਮ ਨਾਲ ਗੱਲ ਕਰ। ਮੈਂ ਤੈਨੂੰ ਦੱਸ ਰਿਹਾ, ਤੂੰ ਡਰ ਕਹਿ ਰਿਹਾ ਸੀ, ਤੇਰੀ ਭਾਸ਼ਾ ਤੇਰੀ ਨਹੀਂ ਸਹੀ। ਡਰੇ ਹੋਏ ਆ, ਏਜੰਡੇ ਤੋਂ ਪਾਸੇ ਜਾ ਰਹੀ ਹੈ ਗੱਲ, ਇਹਦੇ ਨਾਲ ਕਿਹੜੀ ਡਿਬੇਟ ਹੋਊਗੀ? ਜਿਨ੍ਹਾਂ ਦੇ ਮਸਲਾ ਹੈਗਾ ਵੀ ਚੋਣਾਂ ਕੋਈ ਲੋਕਾਂ ਦਾ ਮਸਲਾ ਹੱਲ ਕਰਨਗੀਆਂ ਜਾਂ ਨਾ ਕਰਨਗੀਆਂ, ਡਿਬੇਟ ਤਾਂ ਇਹ ਤੇ ਹੈ। ਮੈਂ ਚੰਡਾ ਸਿੰਘ ਜੀ ਆ ਰਹੇ ਤੁਹਾਡੇ ਕੋਲ ਆ ਰਹੇ ਹਾਂ। ਠੀਕ ਹੈ ਬਰਾੜ ਸਾਹਿਬ, ਚਾਹੀਦਾ ਜਿੰਨਾ ਕਰਕੇ ਪਰਿਵਾਰਾਂ ਦੇ ਪਰਿਵਾਰ ਉਜੜੇ ਆ, ਸੁਣਨੇ ਹੋਏ ਆ ਘਰ, ਜਿੰਨਾ ਕਰਕੇ ਤੁਹਾਨੂੰ ਤਾਂ ਗਿਣਤੀ ਵੀ ਹੈ ਨਹੀਂ ਕਿੰਨੇ ਕਿਸਾਨ ਸ਼ਹੀਦ ਹੋਏ ਆ। ਤੁਸੀਂ ਤਾਂ ਇਹ ਕਹੀ ਜਾਂਦੇ ਸਾਡੇ ਕੋਲ ਡਾਟਾ ਹੀ ਹੈ ਨਹੀਂ। ਠੀਕ ਹੈ ਬਰਾੜ ਸਾਹਿਬ, ਥੋੜਾ ਜਿਹਾ ਹੋਲਡ ਕਰੋ। ਆਪਾਂ ਇੱਕ ਵਾਰੀ ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ ਪੋਲੀਟੀਕਲ ਗੱਲ ਤਾਂ ਹੁੰਦੀ ਹੈ, ਪਰ ਅੱਜ ਗੱਲ ਕਿਸਾਨਾਂ ਦੀ ਹੈ ਤਾਂ ਉਹਨਾਂ ਦਾ ਪੱਖ ਸਭ ਨਾਲੋਂ ਅਹਿਮ ਹੈ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਦਰਸ਼ਕਾਂ ਤੱਕ ਪਹੁੰਚੇ। ਚੰਡਾ ਸਿੰਘ ਜੀ, ਸਵਾਲ ਹੁਣ ਇਹ ਵੀ ਹੈ ਕਿ ਏਕਤਾ ਉਗਰਾਹਾਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਨਹੀਂ ਲੜਨਾ, ਤੇ ਸਾਡਾ ਕੋਈ ਨੁਮਾਇੰਦਾ ਇਲੈਕਸ਼ਨ ਵਾਲੇ ਪਾਸੇ ਗਿਆ ਜਾਂ ਪੋਲੀਟੀਕਲ ਪਾਰਟੀ 'ਚ ਗਿਆ ਤਾਂ ਫਿਰ ਏਕਤਾ ਉਗਰਾਹਾਂ ਦੇ ਨਾਲ ਨਹੀਂ ਰਹੇਗਾ। ਹੁਣ ਸਵਾਲ ਇਹ ਹੈ ਕਿ ਜੇ ਐਸਕੇਐਮ ਦਾ ਪਾਰਟ ਯਾਨੀ ਕੋਈ ਐਸਕੇਐਮ ਦੇ ਨਾਲ ਜੁੜੀ ਹੋਈ ਜਥੇਬੰਦੀ ਦਾ ਨੁਮਾਇੰਦਾ ਚਲਾ ਗਿਆ ਜਾਂ ਕੋਈ ਜਥੇਬੰਦੀ ਦਾ ਪ੍ਰਧਾਨ ਕਿਸੇ ਪੋਲੀਟੀਕਲ ਪਾਰਟੀ ਨਾਲ ਜਾ ਕੇ ਜੁੜ ਗਿਆ, ਫਿਰ ਕੀ ਕਰੋਗੇ ਤੁਸੀਂ? ਦੇਖੋ ਜੀ, ਜਦੋਂ ਇਹ ਸਾਰਾ ਮੋਰਚਾ ਚੱਲਿਆ ਆਪਣਾ ਦਿੱਲੀ ਬਾਰਡਰਾਂ ਤੇ ਗਏ ਆ, ਸਾਰੀਆਂ ਜਥੇਬੰਦੀਆਂ ਇਸ ਗੱਲ ਤੇ ਸਹਿਮਤ ਸੀ ਕਿ ਜਿੰਨਾ ਚਿਰ ਮੋਰਚਾ ਚੱਲਦਾ ਹੈ ਉਹਨਾਂ ਚਿਰ ਅਸੀਂ ਕੋਈ ਵੀ ਪੋਲੀਟੀਕਲ ਲੀਡਰ ਹੈ ਇਹਨੂੰ ਸਟੇਜ ਤੇ ਨਹੀਂ ਆਉਣ ਦੇਣਾ, ਤੇ ਜਿੰਨਾ ਚਿਰ ਇਹ ਮੋਰਚਾ ਸਫਲ ਨਹੀਂ ਹੁੰਦਾ ਉਹਨਾਂ ਚਿਰ ਚੋਣਾਂ ਦੀ ਕੋਈ ਗੱਲ ਨਹੀਂ। ਉਹ ਸਿਰਫ ਚਰੂਨੀ ਸਾਹਿਬ ਨੇ ਲੰਘਣਾ ਕੀਤੀ ਹੈ ਉਸ ਗੱਲ ਦੀ, ਦੂਜਿਆਂ ਨੇ ਉਹ ਸਾਰੀ ਗੱਲ ਨਿਭਾਈ ਹੈ। ਇਸ ਕਰਕੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਉਸ ਤੋਂ ਬਾਅਦ ਕਿਸੇ ਤੇ ਕੋਈ ਪਾਬੰਦੀ ਨਹੀਂ, ਕਿਹਨੇ ਚੋਣਾਂ 'ਚ ਜਾਣਾ ਹੈ, ਕਿਹਨੇ ਚੋਣਾਂ 'ਚ ਨਹੀਂ ਜਾਣਾ। ਸਵਾਲ ਇਹ ਹੈ ਕਿ ਚੋਣਾਂ 'ਚ ਜਾ ਕੇ ਜਿਹੜੇ ਲੋਕਾਂ ਦੇ ਬੁਨਿਆਦੀ ਮਸਲੇ ਉਹ ਹੱਲ ਹੋ ਜਾਣਗੇ। 70 ਸਾਲ ਤੋਂ ਉੱਤੇ ਸਮਾਂ ਹੋ ਗਿਆ ਚੋਣਾਂ ਲੜਦਿਆਂ ਨੂੰ। ਜਿਹੜੀਆਂ ਹੁਣ ਪੰਜਾਬ ਦੀਆਂ ਚੋਣਾਂ ਹੋ ਰਹੀਆਂ, ਇਹਨਾਂ ਨੇ ਬਿਜਲੀ ਜਿਹੜੀ ਲਈ ਹੈ, ਜਿਹੜੀ ਸਰਕਾਰੀ ਆਪਣਾ ਉਸ ਤੋਂ ਸੂਰਜ ਤੋਂ ਪੈਦਾ ਹੁੰਦੀ ਹੈ, 17 ਰੁਪਏ ਯੂਨਿਟ ਲਈ ਹੈ ਜੀ। ਕਿ ਇਹ ਉਹ ਐਗਰੀਮੈਂਟ ਰੱਦ ਕਰਨਗੇ? ਜਿਹੜਾ ਡੰਕਲ ਸਮਝੌਤੇ ਦੇ ਤਹਿਤ ਨਵੀਆਂ ਆਰਥਿਕ ਨੀਤੀਆਂ ਲਾਗੂ ਹੋਈਆਂ, ਜਿਹਦੇ ਕਰਕੇ ਸਾਰਾ ਕੁਝ ਪ੍ਰਾਈਵੇਟ ਹੋ ਗਿਆ, ਸਾਡਾ ਇਲਾਜ ਵੀ ਗਿਆ, ਸਾਡੀ ਵਿੱਦਿਆ ਵੀ ਗਈ, ਸਾਡੇ ਜਿਹੜੇ ਲੋਕਾਂ ਦੇ ਪੱਖ ਦੇ ਅਦਾਰੇ ਸੀ ਉਹਨਾਂ ਦਾ ਸਾਰਿਆਂ ਦਾ ਭੋਗ ਪਤਾ ਹੁਣ ਖੇਤੀ ਵਾਲੇ ਪਾਸੇ ਨੂੰ ਵੀ ਆ ਗਏ ਸੀਗੇ। ਇਹਨਾਂ ਚੋਂ ਜਿਹੜੀਆਂ ਸਾਰੀਆਂ ਪਾਰਟੀਆਂ ਇਹ ਤੋਂ ਪਹਿਲਾਂ ਜਿੰਨੀਆਂ ਚੋਣਾਂ ਲੜੀਆਂ, ਸਾਰੀਆਂ ਨਵੀਆਂ ਆਰਥਿਕ ਨੀਤੀਆਂ ਤੇ ਸਹਿਮਤ ਹੈ ਜੀ। ਹੁਣ ਜਿਹੜੇ ਦੂਜੇ ਆਉਣਗੇ, ਸਾਡਾ ਸਾਫ਼ ਹੈ ਕੋਈ ਜਿੰਨਾ ਮਰਜੀ ਭਲਾ ਬੰਦਾ ਆ ਜੇ ਇਹਦੇ 'ਚ, ਉਹ ਲੋਕਾਂ ਵਾਸਤੇ ਬਹੁਤਾ ਕੁਝ ਨਹੀਂ ਕਰ ਸਕਦਾ। ਇਸ ਕਰਕੇ ਸਾਡਾ ਤਾਂ ਜ਼ੋਰਦਾਰ ਨਾਅਰਾ ਹੈ, ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਜੇ ਅਸੀਂ ਪੰਜਾਬ ਦੀ ਗੱਲ ਕਰਨੀ ਹੋਏ, ਇਹਨਾਂ ਦਿਨਾਂ 'ਚ ਚਰੂਨੀ ਸਾਹਿਬ ਮੁੱਖ ਮੰਤਰੀ ਬਣ ਗਏ, ਸਾਡੇ ਨਾਲ ਨਰਮਾ ਮਰੇ ਦਾ 17,000 ਰੁਪਇਆ ਪ੍ਰਤੀ ਏਕੜ ਦਾ ਤੇ ਵੱਖਰਾ 10% ਮਜ਼ਦੂਰਾਂ ਨੂੰ ਦੇਣ ਦਾ, ਹਜੇ ਤੱਕ ਇੱਕ ਨਵਾਂ ਪੈਸਾ ਨਹੀਂ ਦਿੱਤਾ ਇਹਨਾਂ ਦਾ। ਖੇਤੀਬਾੜੀ ਮੰਤਰੀ ਕਹੀ ਜਾਂਦਾ ਅਸੀਂ ਪੈਸੇ ਦੇਤੇ। ਜੇ ਇਸ ਕਿਸਮ ਦੇ ਝੂਠ ਮਾਰਨੇ ਆ ਕਿਸੇ ਆਗੂਆਂ ਨੇ ਆ ਕੇ, ਫਿਰ ਲੋਕਾਂ ਦਾ ਕੀ ਹੋਊਗਾ? ਅੱਜ ਜਦੋਂ ਵੋਟਾਂ ਲੈਣੀਆਂ ਉਦੋਂ ਝੂਠ ਮਾਰੀ ਜਾਂਦੇ ਆ, ਤੇ ਜਦੋਂ ਵੋਟਾਂ ਲੈ ਕੇ ਕੁਰਸੀ ਤੇ ਬਹਿ ਗਏ ਉਦੋਂ ਲੋਕ ਇਹਨਾਂ ਦੇ ਕੀ ਲੱਗਦੇ ਆ? ਜਿੰਨੀਆਂ ਪਾਰਟੀਆਂ ਦੇ ਰਾਜ ਆਏ ਆ, ਸਾਰੇ ਅੰਦੋਲਨਾਂ 'ਚ ਸਾਰੀਆਂ ਨੇ ਕਤਲ ਕੀਤੇ ਆ। ਅਕਾਲੀ ਦਲ ਦਾ ਰਾਜ ਆਇਆ, ਜੇਠੂਆਂ ਦੇ ਵਿੱਚ 2 ਨੌਜਵਾਨ ਸ਼ਹੀਦ ਕੀਤੇ ਇਹਨਾਂ ਨੇ। ਕੈਪਟਨ ਸਾਹਿਬ ਦਾ ਰਾਜ ਆਇਆ। ਨਹੀਂ, ਪਰ ਚੰਡਾ ਸਿੰਘ ਜੀ, ਬਦਲਾਅ ਤੁਹਾਨੂੰ ਨਹੀਂ ਲੱਗਦਾ ਕਿ ਬਦਲਾਅ ਤਾਂ ਆ ਸਕਦਾ ਨਾ?
ਕਿ ਕਿਸੇ ਨੂੰ ਤਾਂ ਪਹਿਲ ਕਰਨੀ ਪਏਗੀ? ਜੇ ਤੁਹਾਨੂੰ ਲੱਗ ਰਿਹਾ ਅੱਜ ਪੋਲੀਟੀਕਲ ਪਾਰਟੀਆਂ ਦੇ ਵਿੱਚ ਨੁਮਾਇੰਦੇ ਠੀਕ ਨਹੀਂ, ਤਾਂ ਫਿਰ ਕਿਸੇ ਨੂੰ ਤਾਂ ਬਦਲਾਅ ਦੇ ਲਈ ਕਦਮ ਚੁੱਕਣਾ ਹੋਏਗਾ। ਫਿਰ ਜਦੋਂ ਤੁਸੀਂ ਇੰਨੇ ਵੱਡੇ ਅੰਦੋਲਨ ਨੂੰ ਚਲਾ ਲਿਆ ਤਾਂ ਤੁਹਾਨੂੰ ਲੱਗਦਾ ਕਿ ਸੋਚਣਾ ਚਾਹੀਦਾ ਕਿ ਪੋਲੀਟੀਕਲ ਪਾਰਟੀ ਵਾਲੇ ਪਾਸੇ ਨੂੰ ਜਾਈਏ? ਮਾੜੀ ਬੇਨਤੀ ਸੁਣੋ ਜੀ, ਅਸੀਂ ਇਹ ਕਹਿੰਦੇ ਆ ਵੀ ਜਿਹੜੇ ਪਹਿਲਾਂ ਵਾਲੀਆਂ ਪਾਰਟੀਆਂ ਨੇ ਤੋਂ ਜਮਾ ਨਵੀਂ ਕੋਈ ਵੱਖਰੀ ਪਾਰਟੀ ਆ ਜੇ, ਸੰਯੁਕਤ ਮੋਰਚੇ ਦੇ ਸਾਰੇ ਆਗੂ ਇਕੱਠੇ ਹੋ ਕੇ ਲੜ ਲੈਣ। ਜਿਹੜੇ ਲੋਕਾਂ ਦੇ ਮਸਲੇ ਐ ਉਹ ਉਧਰ ਦੀ ਜਾ ਕੇ ਹੱਲ ਨਹੀਂ ਹੋਣੇ। ਲੋਕਾਂ ਦੇ ਮਸਲੇ ਤਾਂ ਜਿਵੇਂ ਹੁਣ ਘੋਲ ਲੜ ਕੇ ਆਪਣੇ ਕਾਨੂੰਨ ਵਾਪਸ ਕਰਾਏ ਸਾਡੇ ਨਾਲ ਨੇ, ਇਹੀ ਰਸਤਾ ਹੈ। ਪੰਜਾਬ ਦੇ ਵਿੱਚ 15 ਮਹੀਨੇ ਟੂਰ ਫਿਰੀ ਰਿਹਾ ਜੀ। ਹਾਂ ਬੋਲਾਂ ਜੀ। ਮੈਂ ਤੁਹਾਡੇ ਕੋਲ ਆਉਣਾ, ਸਾਡੇ ਨਾਲ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਜਥੇਬੰਦੀ ਨਾਲ ਜੁੜੇ ਪ੍ਰਿੰਸ ਵੜੈਚ ਜੀ ਜੁੜੇ ਹੋਏ ਨੇ। ਪ੍ਰਿੰਸ ਜੀ, ਗੱਲ ਇਹ ਹੈ ਕਿ ਜਾਂ ਤਾਂ ਹੁਣ ਤੁਸੀਂ ਕਨਵਿੰਸ ਕਰਵਾ ਦਿਓ ਜਾਂ ਫਿਰ ਤੁਸੀਂ ਕਨਵਿੰਸ ਹੋ ਜਾਓ, ਕਿਉਂਕਿ ਉਹ ਕਨਵਿੰਸ ਕਰਵਾ ਰਹੇ ਆ ਕਿ ਤੁਸੀਂ ਸੋਚਦੇ ਹੋ ਕਿ ਇਲੈਕਸ਼ਨ ਲੜ ਕੇ ਸਰਕਾਰ ਬਣਾ ਕੇ ਜਿੱਤ ਕੇ ਲੋਕਾਂ ਦੇ ਮਸਲੇ ਹੱਲ ਹੋ ਜਾਣਗੇ। ਐਵੇਂ ਨਹੀਂ ਹੋਣੇ, ਲੋਕਾਂ ਦੇ ਮਸਲੇ ਖੁਦ ਵੀ ਹੱਲ ਕਰਨੇ ਪੈਣੇ ਆ। ਜਾਂ ਫਿਰ ਤੁਸੀਂ ਕਨਵਿੰਸ ਕਰਵਾ ਦਿਓ ਉਹਨਾਂ ਨੂੰ ਜਾਂ ਤੁਸੀਂ ਖੁਦ ਕਨਵਿੰਸ ਹੋ ਜਾਓ। ਤੁਸੀਂ ਕਹਿੰਦੇ ਹੋ ਕਿ ਅਸੀਂ ਇਲੈਕਸ਼ਨ ਲੜਾਂਗੇ। ਅਸੀਂ ਲੋਕਾਂ ਨੂੰ ਕਨਵਿੰਸ ਕਰ ਰਹੇ ਹਾਂ, ਝੰਡਾ ਸਿੰਘ ਜੀ ਸਮਾਨਿਤ ਆਗੂ ਨੇ, ਇਹਨਾਂ ਦਾ ਸਤਿਕਾਰ ਕਰ ਰਹੇ ਹਾਂ, ਪਰ ਇਹ ਜਦੋਂ ਕਹਿੰਦੇ ਨੇ ਕਿ ਰਵਾਇਤੀ ਧਿਰਾਂ ਕਰਪਟ ਨੇ, ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਫਿਰ ਕੀ ਨਵੀਂ ਧਿਰ ਨੂੰ ਨਹੀਂ ਬਣਨਾ ਚਾਹੀਦਾ? ਫਿਰ ਬਦਲਾਵ ਆਏਗਾ ਕਿਵੇਂ? ਇਹ ਕਹਿ ਰਹੇ ਨੇ ਬਦਲਾਵ ਹੋ ਹੀ ਨਹੀਂ ਸਕਦਾ, ਫਿਰ ਡੰਡੇ ਐਵੇਂ ਛਿੱਤਰ ਖਾਂਦੇ ਰਹੀਏ ਇਹਨਾਂ ਸਰਕਾਰਾਂ ਦੇ ਕਿ ਰੋਜ਼ ਧਰਨੇ ਲਾਉਂਦੇ ਰਹੀਏ। ਐਡਾ ਵੱਡਾ ਅੰਦੋਲਨ ਚੱਲਿਆ, ਉਹਦੇ ਦੌਰਾਨ ਜ਼ਮੀਨ ਅਧਿਗ੍ਰਹਿਣ ਦਾ ਜਿਹੜਾ ਪੀਪੀਪੀ ਮਾਡਲ ਦੇ ਅੰਦਰ ਸੀ ਉਹ ਤੇ ਅਮੈਂਡਮੈਂਟ ਕਰਤੀ ਸਰਕਾਰ ਨੇ ਕਿ ਬਿਨਾਂ ਕਿਸਾਨ ਦੀ ਰਜਾਮੰਦੀ ਤੋਂ ਉਹਦਾ ਅਧਿਗ੍ਰਹਿਣ ਹੋ ਸਕਦਾ ਹੈ। ਫਿਰ ਕਿਵੇਂ ਬਦਲਾਵ ਆਏਗਾ? ਉਹ ਗੱਲ ਇਹਨਾਂ ਨੇ ਕੀ ਕੀਤੀ? ਤੁਸੀਂ ਕੱਲ ਨੂੰ ਅਗਰ ਮੁੱਕਰ ਗਏ ਤੇ ਫਿਰ ਲੋਕਾਂ ਦੀਆਂ ਜੁੱਤੀਆਂ ਤੇ ਸਾਡਾ ਸਿਰ। ਅੱਜ ਜਿਹੜੇ ਲੋਕ ਹੱਥਾਂ ਤੇ ਚੁੱਕ ਰਹੇ ਨੇ, ਪਲਕਾਂ ਤੇ ਬਿਠਾ ਰਹੇ ਨੇ, ਕੱਲ ਨੂੰ ਜੁੱਤੀਆਂ ਤੇ ਕਰਨਗੇ। ਅਸੀਂ ਇਸ ਗੱਲ ਨੂੰ ਤਿਆਰ ਆ, ਨਾ ਕੰਮ ਕਰਾਂਗੇ ਤੇ ਲੋਕਾਂ ਦੀਆਂ ਜੁੱਤੀਆਂ ਸਾਡਾ ਸਿਰ ਅਸੀਂ ਖਾਵਾਂਗੇ। ਪ੍ਰਿੰਸ ਜੀ, ਮੈਂ ਤੁਹਾਡੇ ਕੋਲ ਵਾਪਸ ਆਣਾ। ਥੋੜੀ ਆਵਾਜ਼ ਦੇ ਵਿੱਚ ਦਿੱਕਤ ਆ ਤੁਹਾਡੀ, ਥੋੜੀ ਬ੍ਰੇਕ ਹੋ ਕੇ ਆਵਾਜ਼ ਆ ਰਹੀ ਹੈ, ਦਰਸ਼ਕਾਂ ਤੱਕ ਕਲੀਅਰ ਨਹੀਂ ਪਹੁੰਚ ਰਹੀ ਹੋਏਗੀ। ਮੈਂ ਦੁਬਾਰਾ ਕੋਸ਼ਿਸ਼ ਕਰਦਾ, ਮੈਂ ਇੱਕ ਵਾਰੀ ਰੁਕ ਕਰਦਾ ਝੰਡਾ ਸਿੰਘ ਜੀ ਦਾ। ਝੰਡਾ ਸਿੰਘ ਜੀ, ਇੱਕ ਮਿੰਟ ਮੈਨੂੰ ਦਿਓ ਜੀ, ਮੈਂ 1 ਮਿੰਟ ਲੈਣਾ ਤੁਹਾਡਾ। ਜਦੋਂ ਹੁੰਦਾ ਕੋਈ ਬਦਲਾਅ ਕਰ ਲਓ, ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ਾਂ ਤੋਂ ਬਾਅਦ ਦੇਸ਼ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ ਗਏ, ਦੇਸ਼ ਨੂੰ ਆਜ਼ਾਦ ਉਹ ਕਹਿਤਾ। ਕਾਂਗਰਸ ਦਾ ਰਾਜ ਬਣੀ ਕਿੰਨਾ ਲੰਮਾ ਸਮਾਂ, ਕਾਂਗਰਸ ਨੇ ਲੋਕਾਂ ਦਾ ਕੀ ਕੀਤਾ? ਪੰਜਾਬ ਦੇ ਵਿੱਚ ਸਿੱਖ ਧਰਮ ਨਾਲ ਜੁੜ ਕੇ, ਪੰਥ ਨਾਲ ਜੁੜ ਕੇ ਅਕਾਲੀਆਂ ਦਾ ਰਾਜ ਆਇਆ, ਬਾਦਲ ਸਾਹਿਬ ਕਿੰਨਾ ਸਮਾਂ ਮੁੱਖ ਮੰਤਰੀ ਬਣ ਗਏ, ਲੋਕਾਂ ਦਾ ਕੀ ਨਿਬੜਿਆ? ਹੁਣ ਵੀ ਜਿਹੜੇ ਆਉਣਗੇ ਉਹ ਆਪਦਾ ਜੋ ਮਰਜ਼ੀ ਕੁਛ ਬਣਾ ਲੈਣ, ਲੋਕਾਂ ਦਾ ਕੁਛ ਨਹੀਂ ਬਣਨਾ। ਜਿਹੜੇ ਲੋਕਾਂ ਦੇ ਮਸਲੇ ਆ ਬੁਨਿਆਦੀ ਉਹ ਹੱਲ ਨਹੀਂ ਹੋਣੇ। ਪਰ ਝੰਡਾ ਸਿੰਘ ਜੀ, ਸਰਕਾਰਾਂ ਦੇ ਹੱਥ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਤੁਸੀਂ ਮੰਨਦੇ ਹੋ ਕਿ ਪੰਜਾਬ ਦੀ ਸਰਕਾਰ ਬਣਨ ਵਾਲੀ ਲੋਕਾਂ ਦੀ ਭਲਾਈ ਦੇ ਲਈ ਸਰਕਾਰਾਂ ਦੇ ਹੱਥਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਜਾਂ ਉੱਥੋਂ ਹੀ ਸਭ ਕੁਝ? ਬੇਨਤੀ ਸੁਣੋ ਜੀ, ਸਭ ਕੁਝ ਉੱਥੇ ਹੀ ਮੋਨੀਟਰ, ਸਭ ਕੁਝ ਉੱਥੇ ਹੀ ਚੱਲਦਾ ਹੈ। ਮੈਂ ਕਹਿਣਾ ਚਾਹੁੰਦਾ, ਮਾੜੀ ਬੇਨਤੀ ਸੁਣੋ ਜੀ ਮੇਰੀ। ਜਿਹੜੇ ਬਹੁ ਕੌਮੀ ਕੰਪਨੀਆਂ ਨਾਲ ਪੰਜਾਬ ਸਰਕਾਰ ਨੇ ਇਹ ਤੋਂ ਪਹਿਲਾਂ ਸਮਝੌਤੇ ਕੀਤੇ ਹੈ ਕਿ ਇਹ ਨਵੀਂ ਆਉਣ ਵਾਲੀ ਉਹਨਾਂ ਨੂੰ ਸਾਨੂੰ ਰੱਦ ਕਰ ਦੂਗੀ ਜੀ। ਇਸ ਕਰਕੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ, ਵੋਟ ਪਾ ਦਿਓ ਜਿਹਨੂੰ ਮਰਜ਼ੀ। ਆਪਦੇ ਮੁੱਦੇ ਹੱਲ ਕਰਾਉਣ ਲਈ ਤਾਂ ਮੈਦਾਨ ਚ ਆਉਣਾ ਪੈਣਾ, ਏਕਾ ਕਰਨਾ ਪੈਣਾ, ਲੜ ਕੇ ਹੱਲ ਹੋਣਗੇ, ਘੋਲ ਕਰਕੇ ਹੱਲ ਹੋਣਗੇ। ਨਹੀਂ, ਫਿਰ ਕਿਹਦੇ ਖਿਲਾਫ ਇੱਕ ਹੋਣਾ ਪੈਣਾ? ਨਹੀਂ ਝੰਡਾ ਸਿੰਘ ਜੀ, ਕਿਸ ਦੇ ਖਿਲਾਫ ਇੱਕ ਹੋਣਾ ਪੈਣਾ? ਸਰਕਾਰ ਦੇ ਖਿਲਾਫ ਨਾ। ਜਿਹੜਾ ਵੀ ਲੋਕਾਂ ਦੇ ਉਲਟ ਫੈਸਲਾ ਕਰਦੇ, ਜਿਹੜੀ ਵੀ ਸਰਕਾਰ, ਉਹਦੇ ਖਿਲਾਫ ਹੋਣਾ ਪੈਣਾ। ਨਹੀਂ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਸਰਕਾਰ ਵਾਲੀ ਥਾਂ ਦੇ ਉੱਤੇ ਜਾ ਕੇ ਕਿਸਾਨ ਆਗੂ ਬੈਠ ਜਾਣ ਜਿਹੜੇ ਏਕਾ ਕਰਕੇ ਬੈਠੇ ਨੇ, ਜਾਂ ਤੁਹਾਨੂੰ ਲੱਗਦਾ ਕਿ ਉੱਥੇ ਜਾ ਕੇ ਸਭ ਬਦਲ ਜਾਂਦੇ ਨੇ, ਪੰਜਾਬ ਦੇ ਵਿੱਚ ਕੁਰਸੀ ਤੇ ਬਹਿ ਕੇ ਬਦਲ ਜਾਂਦੇ ਨੇ? ਪੰਜਾਬ ਦੇ ਵਿੱਚ ਹੁਣ ਚੰਨੀ ਸਾਹਿਬ ਮੁੱਖ ਮੰਤਰੀ, ਇਹ ਰੇਟ ਕਿਉਂ ਵਧਣ ਦਿੰਦਾ ਜੀ? ਇਹ ਟੂਲ ਪਲਾਜ਼ਾ ਦੇ ਡਬਲ ਰੇਟ ਕਰਤੇ ਇਹਨਾਂ ਨੇ ਸਾਰਿਆਂ ਨੇ। ਉਹ ਰੇਟ ਘਟਾਉਣ ਖਾਤਰ ਅਸੀਂ ਟੂਲ ਪਲਾਜ਼ਾ ਛੱਡੇ ਨਹੀਂ, ਜਿਹੜੇ 15 ਨੂੰ ਛੱਡ ਦੇਣੇ ਸੀਗੇ। ਠੀਕ ਹੈ ਪ੍ਰਿੰਸ ਜੀ, ਉਮੀਦ ਹੈ ਤੁਹਾਡੀ ਆਵਾਜ਼ ਹੁਣ ਕਲੀਅਰ ਆਏਗੀ। ਮੈਂ ਝੰਡਾ ਸਿੰਘ ਜੀ ਤੁਹਾਡੇ ਕੋਲ ਵਾਪਸ ਆ ਰਿਹਾ, ਤੁਹਾਡਾ ਪੁਆਇੰਟ ਆ ਗਿਆ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਪ੍ਰਿੰਸ ਜੀ, ਉਮੀਦ ਹੈ ਤੁਹਾਡੇ ਤੱਕ ਆਵਾਜ਼ ਕਲੀਅਰ ਆ ਰਹੀ ਹੈ ਔਰ ਤੁਹਾਡੀ ਵੀ ਆਵਾਜ਼ ਪਹੁੰਚੇਗੀ। ਦੇਖੋ, ਹੁਣ ਸਵਾਲ ਇਹੀ ਹੈ ਜਿਹੜਾ ਝੰਡਾ ਸਿੰਘ ਜੀ ਜ਼ਿਕਰ ਕਰ ਰਹੇ ਨੇ ਕਿ ਉਹ ਕੁਰਸੀ ਦੇ ਵਿੱਚ ਹੀ ਪਤਾ ਨਹੀਂ ਕੀ ਹੈ ਕਿ ਸੱਤਾ ਵਾਲੀ ਕੁਰਸੀ ਤੇ ਬੈਠ ਕੇ ਲੋਕ ਚੇਂਜ ਹੋ ਜਾਂਦੇ ਨੇ। ਉਹਨਾਂ ਨੇ ਐਗਜ਼ਾਮਪਲ ਦਿੱਤਾ ਕਿ ਜਦੋਂ ਅੰਗਰੇਜ਼ ਸੀ ਤਾਂ ਜ਼ਿਕਰ ਹੋ ਰਿਹਾ ਸੀ ਕਿ ਆਜ਼ਾਦ ਹੋ ਜੀ, ਆਪਣੀ ਸਰਕਾਰ ਬਣ ਜੇ, ਤਾਂ ਆਪਣੀ ਸਰਕਾਰ ਬਣ ਗਈ, ਇੱਕ ਪਾਰਟੀ ਦੀ ਬਣੀ, ਦੂਜੀ ਪਾਰਟੀ ਦੀ ਬਣੀ, ਤੀਜੀ ਪਾਰਟੀ ਦੀ ਬਣੀ, ਪਰਨਾਲਾ ਉੱਥੇ ਦਾ ਉੱਥੇ। ਫਿਰ ਉਹੀ ਤੇ ਕਹਿ ਰਹੇ ਹਾਂ, ਝੰਡਾ ਸਿੰਘ ਜੀ ਕਹਿ ਰਹੇ ਨੇ ਕਿ ਹਰ ਸਰਕਾਰ 'ਚ ਅੰਦੋਲਨ ਕਰਨਾ ਪਏਗਾ, ਕਿ ਹਰ ਸਰਕਾਰ ਕੋਲੋਂ ਆਪਣੇ ਬੰਦੇ ਸ਼ਹੀਦ ਕਰਵਾਉਂਦੇ ਰਹੀਏ, ਐਵੇਂ ਛਿੱਤਰ ਖਾਈ ਜਾਈਏ ਸਰਕਾਰਾਂ ਕੋਲੋਂ ਕਿ ਆਏ ਮਹੀਨੇ ਕਦੀ ਦਿੱਲੀ ਘੇਰ ਲਈਏ, ਕਦੀ ਡੀਸੀ ਨੂੰ ਘੇਰ ਲਈਏ, ਕਦੀ ਕਿਤੇ ਡਾਂਗਾ ਖਾ ਲਈਏ, ਕਦੀ ਵਾਟਰ ਕੈਨਨ ਦੇ ਕੇ ਛਾਤੀ ਲਾ ਲਈਏ। ਬਦਲਾਵ ਆਏਗਾ ਕਿਵੇਂ? ਜਿਹੜਾ ਝੰਡਾ ਸਿੰਘ ਜੀ ਨੇ ਕਿਹਾ ਕਿ ਤੁਸੀਂ ਕਿਹੜੇ ਕੰਮ ਕਰੋਗੇ, ਹਰ ਉਹ ਕੰਮ ਜਿਹਦੇ ਨਾਲ ਪੰਜਾਬ ਦੇ ਕਿਰਤੀ ਕਾਮਿਆਂ ਦੀ, ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਹੋਏ, ਜਿਹੜਾ ਹਰ ਉਹ ਕੰਮ ਕਰਾਂਗੇ। ਨਹੀਂ ਪ੍ਰਿੰਸ ਜੀ, ਫਿਰ ਕਨਵਿੰਸ ਕਿਉਂ ਨਹੀਂ ਕਰ ਪਾਏ ਤੁਸੀਂ? ਨਾ ਦੇਖੋ, ਗੱਲ ਇਹ ਨਹੀਂ ਦੇਖੋ, ਪੁਆਇੰਟ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜਿਹੜੇ ਤੁਹਾਡੇ ਸਮਰਥਨ ਦੇ ਵਿੱਚ ਵੀ ਨੇ,
ਕਿ 32 ਜਥੇਬੰਦੀਆਂ ਜਾਂ ਐਸਕੇਐਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸੀ, ਗੁਰਨਾਮ ਸਿੰਘ ਚੜੂਨੀ ਇਕੱਲੇ ਕਿਉਂ ਨੇ? ਉਹਨਾਂ ਦੇ ਨਾਲ 2 4 5 ਜਥੇਬੰਦੀਆਂ ਕਿਉਂ ਨਾਲ ਨਹੀਂ ਆਈਆਂ? ਤੁਸੀਂ ਕੱਲ ਨੂੰ ਪਾਰਟੀ ਦੀ ਅਨਾਉਂਸਮੈਂਟ ਕਰ ਦਵੋਗੇ ਸ਼ਨੀਵਾਰ ਨੂੰ, ਤਾਂ ਲੋਕ ਉਹ ਵੀ ਪੁੱਛ ਰਹੇ ਨੇ ਫਿਰ ਇਕੱਲੇ, ਜਾਂ ਤਾਂ ਤੁਸੀਂ 10 ਜਥੇਬੰਦੀਆਂ ਨਾਲ 5 ਜਥੇਬੰਦੀਆਂ ਦੇ ਆਗੂ ਕੱਲ ਨੂੰ ਲੈ ਕੇ ਆਓ ਤੇ ਕਹੋਗੇ ਦੇਖੋ ਅੱਜ 5 ਆਏ ਨੇ ਬਾਕੀ ਵੀ ਆ ਜਾਣਗੇ, ਹੁਣ ਵੀ ਇਕੱਲੇ ਕਿਉਂ ਹੋ ਤੁਸੀਂ? ਗੁਰੂ ਜੀ ਸਾਰਾ ਕੁਝ ਹੋਏਗਾ, ਮੈਂ ਤੁਹਾਨੂੰ ਪਹਿਲਾਂ ਵੀ ਇਸ਼ਾਰਾ ਕੀਤਾ ਹੈ, ਬੈਕਡੋਰ ਤੋਂ ਸਭ ਨਾਲ ਗੱਲ ਚੱਲ ਰਹੀ ਹੈ। ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਤੁਹਾਨੂੰ ਮੰਚ ਤੇ ਆਉਂਦੇ ਹੋਏ ਦਿਖਣਗੇ ਤੇ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਤੁਹਾਨੂੰ ਵੱਖਰੇ ਰਾਜਨੀਤਿਕ ਧਿਰਾਂ ਤੇ ਜਾ ਕੇ ਉੱਥੇ ਵੋਟਾਂ ਮੰਗਦੇ ਵੀ ਚੰਗੇ ਦਿਖਣਗੇ ਤੁਹਾਨੂੰ, ਧਿਰਾਂ ਜਾ ਕੇ ਵੋਟਾਂ ਮੰਗਣਗੇ। ਅਸੀਂ ਉਹੀ ਕਹਿ ਰਹੇ ਹਾਂ ਕਿ ਰਿਵਾਇਤੀ ਪਾਰਟੀਆਂ ਕੋਲੋਂ ਹੁਣ ਛਿੱਤਰ ਨਹੀਂ ਖਾਣੇ, ਹੁਣ ਆਪਣੀ ਧਿਰ ਬਣਾਉਣੀ ਹੈ ਤੇ ਲੋਕਾਂ ਦਾ ਰਾਜ ਲੋਕਾਂ ਦੇ ਹੱਥ 'ਚ ਦੇਣਾ ਹੈ। ਠੀਕ ਹੈ, ਮੈਂ ਝੰਡਾ ਸਿੰਘ ਜੀ ਇੱਕ ਤੁਹਾਡਾ ਰਿਐਕਸ਼ਨ ਚਾਹੂੰਗਾ। ਤੁਹਾਨੂੰ ਲੱਗਦਾ ਕਿ ਐਸਕੇਐਮ ਨੂੰ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਇਲੈਕਸ਼ਨ ਦੇ ਉੱਤੇ, ਇਲੈਕਸ਼ਨ ਲੜਨ ਦੇ ਉੱਤੇ? ਅਸੀਂ ਇਹ ਕਹਿਣੇ ਵੀ ਉਹ ਸਪਸ਼ਟ ਕਰਨਾ ਚਾਹੀਦਾ ਹੈ, ਕੋਈ ਰੌਲਾ ਨਹੀਂ। ਅਸੀਂ ਨਾਲੇ ਵੀ ਕਹਿਣਾ ਚਾਹੁੰਦੇ ਹਾਂ, ਸਾਡਾ ਇਦੋਂ ਪਹਿਲਾਂ ਕੋਈ ਐਮਐਲਏ ਨਹੀਂ ਸੀ, ਕੋਈ ਐਮਪੀ ਨਹੀਂ ਸੀ, ਨਾ ਸਾਡਾ ਕੋਈ ਅਫਸਰਸ਼ਾਹੀ ਸੀ। ਪੰਜਾਬ ਦੇ ਵਿੱਚ 15 ਮਹੀਨੇ ਕਿਹਦਾ ਰਾਜ ਚੱਲਿਆ? 15 ਮਹੀਨੇ ਸਾਡੇ ਲੋਕਾਂ ਦਾ ਰਾਜ ਚੱਲਿਆ। ਕੈਪਟਨ ਸਾਹਿਬ ਆਦੇ ਸੀ ਤੁਸੀਂ ਟੂਲ ਪਲਾਜ਼ੇ ਛੱਡ ਦਿਓ, ਦੂਜੇ ਧਰਨੇ ਛੱਡ ਦਿਓ, ਦਿੱਲੀ ਜਾ ਵੜੋ। ਅਸੀਂ ਚੈਲੰਜ ਕੀਤਾ ਜੀ ਤੁਸੀਂ ਇੱਕ ਵੀ ਟੂਲ ਪਲਾਜ਼ਾ ਖਲਾ ਲਓ ਸਾਤੋਂ, ਅਸੀਂ ਛੱਡ ਦਿਆਂਗੇ ਸਾਰੇ। ਜਦੋਂ ਚਰੂਨੀ ਸਾਹਿਬ ਆ ਗਏ ਸੀ ਉਦੋਂ ਉਹਨਾਂ ਨੂੰ ਵੀ ਕਿਹਾ ਇਹ ਗੱਲ। 15 ਮਹੀਨੇ ਰਾਜ ਕੀਤਾ ਲੋਕਾਂ ਨੇ, ਆਪਦੀ ਭੁਗਤ ਬਣਾਈ ਹੈ, ਏਕੇ ਤੇ ਜ਼ੋਰ ਤੇ ਭੁਗਤ ਬਣਨੀ ਹੈ। ਸਾਰੇ ਜਿਹੜੇ ਹੈਗੇ ਆ ਹੁਣ ਜਿੰਨੇ ਅਧਿਆਪਕ ਹੈ ਰੋਜ਼ ਉਹਨਾਂ ਤੇ ਡਾਂਗਾ ਪਈ ਜਾਂਦੀਆਂ, ਇਹ ਕਰ ਰੁਜ਼ਗਾਰ ਦੇ ਦੇਣਗੇ। ਜੇ ਚਰੂਨੀ ਸਾਹਿਬ ਕੱਲ ਨੂੰ ਮੁੱਖ ਮੰਤਰੀ ਬਣ ਜਾਂਦੇ ਹੈ, ਰੁਜ਼ਗਾਰ ਦਾ ਮਸਲਾ ਲੋਕਾਂ ਦਾ ਹੱਲ ਕਰ ਦੇਣਗੇ। ਕਰਜ਼ੇ ਦਾ, ਲੋਕਾਂ ਦਾ ਕਰਜ਼ੇ ਦਾ ਮਸਲਾ, ਖੁਦਕਸ਼ੀਆਂ ਹੁੰਦੀਆਂ ਕਰਜ਼ੇ ਕਰਕੇ, ਇਹ ਕਰਜ਼ੇ ਦਾ ਮਸਲਾ ਹੱਲ ਕਰ ਦੇਣਗੇ। ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਗਲਤ ਸਮਝੌਤੇ ਕਰਕੇ ਪੰਜਾਬ ਉੱਜਣ ਦੇ ਕਿਨਾਰੇ ਕਰਿਆ, ਕਰ ਦੇਣਗੇ। ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰ ਦੇਣਗੇ। ਕੈਪਟਨ ਸਾਹਿਬ ਦੇ ਸੀ 1 ਮਹੀਨੇ ਚ ਅਸੀਂ ਨਸ਼ਾ ਮੁਕਤ ਕਰ ਦਿਆਂਗੇ। ਨਸ਼ਾ ਉਦੋਂ ਵੱਧ ਵੇਚ ਰਹੇ ਹੈ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਕੀ ਇਹ ਜਿਹੜੇ ਲੋਕਾਂ ਦੇ ਇਸ ਕਿਸਮ ਦੇ ਬੁਨਿਆਦੀ ਮਸਲੇ ਹੈ ਇਹ ਹੱਲ ਹੋ ਜਾਣਗੇ? ਜੀ ਦੇਖੋ ਸਾਰੇ ਸਵਾਲ ਉਹੀ ਹੈ ਕਿ ਮਸਲੇ ਹੱਲ ਹੋ ਜਾਣਗੇ, ਪੜ੍ਹਾਈ ਵਾਸਤੇ ਗਾਰੰਟੀ ਦੇ ਰਹੇ ਹੋ, ਪਰ ਕਿਵੇਂ ਹੋਣਗੇ ਨਾ? ਠੀਕ ਹੈ, ਆਪਾਂ ਠੀਕ ਹੈ, ਉਹਨਾਂ ਦਾ ਵੀ ਰਿਐਕਸ਼ਨ ਲੈ ਲਈਏ। ਝੰਡਾ ਜੀ, ਠੀਕ ਕਰਨ ਵਾਲੇ ਬੰਦੇ ਚੰਦਰਮਾ ਤੋੜਨਗੇ ਕੀ? ਉਹ ਸਾਡੇ ਵਿੱਚੋਂ ਹੀ ਨਿਕਲਣਗੇ, ਉਹਨਾਂ ਨੂੰ ਠੀਕ ਖੁਦ ਕਰਨਾ ਪਏਗਾ ਨਾ। ਉਹੀ ਤਾਂ ਅਸੀਂ ਕਹਿ ਰਹੇ ਹਾਂ, ਜੋ 70 ਸਾਲਾਂ ਦਾ ਨੁਕਸਾਨ ਹੋਇਆ ਉਹਨੂੰ ਠੀਕ ਕਿਵੇਂ ਕਰਨਾ ਹੈ ਕਿ ਚੰਗੇ ਲੋਕਾਂ ਦੇ ਹੱਥ ਰਾਜ ਆਏ, ਉਹ ਆਪਣੀਆਂ ਆਪ ਨੀਤੀਆਂ ਬਣਾਉਣ। ਚੰਦਰਮਾ ਤੋਂ ਕੋਈ ਆਏਗਾ ਨਹੀਂ ਮੰਗਲ ਗ੍ਰਹਿ ਤੋਂ ਕਿ ਉਹ ਤੁਹਾਡਾ ਭਲਾ ਕਰ ਦਈਏ, ਜਾਂ ਮੇਰੇ ਸਿੱਧਰ ਖੜੇ ਜਾਓ ਜਾਂ ਆਪਣੀਆਂ ਨੀਤੀਆਂ ਬਣਾਓ। ਇੱਕ ਹੀ ਤਰੀਕਾ ਹੈ। ਚਲੋ ਮੈਂ ਤੁਹਾਡੇ ਕੋਲ ਆਣਾ। ਕਮਲਜੀਤ ਬਰਾੜ ਜੀ ਔਰ ਧਾਲੀਵਾਲ ਸਾਹਿਬ ਇੰਤਜ਼ਾਰ ਕਰ ਰਹੇ ਨੇ। ਧਾਲੀਵਾਲ ਸਾਹਿਬ ਮੈਂ ਤੁਹਾਡੇ ਕੋਲ ਆਉਂਗਾ, ਪਰ ਪਹਿਲਾਂ ਕਮਲ ਜੀ ਇੱਕ ਰਿਐਕਸ਼ਨ ਤੁਹਾਡਾ। ਦੇਖੋ, ਜਿਹੜੇ ਲੜਨ ਦੇ ਪੱਖ ਦੇ ਵਿੱਚ ਨੇ ਚੋਣਾਂ ਜਾਂ ਜਿਹੜੇ ਲੜਨ ਦੇ ਖਿਲਾਫ ਨੇ ਚੋਣਾਂ, ਕਿਸਾਨ ਆਗੂ, ਦੋਵਾਂ ਦਾ ਨਿਚੋੜ ਇੱਕੋ ਹੈ ਕਿ ਸਰਕਾਰਾਂ ਨੇ ਕੁਝ ਕੀਤਾ ਨਹੀਂ। ਸਰਕਾਰ ਕਾਂਗਰਸ ਦੀ ਹੈ, ਮੌਜੂਦਾ ਸਰਕਾਰਾਂ ਦੇ ਉੱਤੇ ਹੈ। ਪਿਛਲੀਆਂ ਸਰਕਾਰਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਰਹੇ ਨੇ, ਪਰ ਇਸ ਸਮੇਂ ਤੁਹਾਡੀ ਸਰਕਾਰ ਹੈ। ਚੋਣ ਵਾਅਦੇ ਉਹ ਤੁਹਾਨੂੰ ਵੀ ਯਾਦ ਕਰਵਾ ਰਹੇ। ਮੈਂ ਤਾਂ ਕਿਸਾਨ ਆਗੂਆਂ ਨੂੰ ਇਹ ਦੱਸਣਾ ਚਾਹੁੰਦਾ, ਇਹਨਾਂ ਨੂੰ ਵੈਸੇ ਤਾਂ ਇਹਨਾਂ ਨੂੰ ਪਤਾ ਹੈ, ਫਿਰ ਵੀ ਮੈਂ ਦੱਸਣਾ ਚਾਹੁੰਦਾ ਕਿ ਘੋਲ ਪੰਜਾਬ 'ਚ ਸ਼ੁਰੂ ਹੋਇਆ ਸੀ। ਇੱਕ ਟਰੈਕਟਰ ਮਾਰ ਤੋਂ ਪਿੰਡ ਜਗਾਓ ਪਿੰਡ ਬਚਾਓ ਤੋਂ ਸ਼ੁਰੂ ਹੋਇਆ ਸੀ। ਮੇਰਾ ਖਿਆਲ ਇਹ ਜਨਤਕ ਜਥੇਬੰਦੀ, ਵੱਡੀ ਜਥੇਬੰਦੀ ਗੁਰਾਹਾਂ ਨੇ ਸ਼ੁਰੂ ਕੀਤਾ ਸੀ, ਤੇ ਉਸ ਤੋਂ ਬਾਅਦ 3 ਮਹੀਨੇ ਘੋਲ ਪੰਜਾਬ ਦੀਆਂ ਸੜਕਾਂ ਤੇ ਰਿਹਾ। ਪੰਜਾਬ ਦੇ ਲੋਕਾਂ ਨੇ ਲੜਿਆ, ਕਦੇ ਵੀ ਇੱਕ ਉੱਚਾ ਸ਼ਬਦ, ਡਾਂਗ ਸੋਟੀ ਦੂਰ ਦੀ ਗੱਲ ਆ, ਪੰਜਾਬ ਦੀ ਸਰਕਾਰ ਸੀ ਕਾਂਗਰਸ ਦੀ, ਕਦੇ ਇੱਕ ਉੱਚਾ ਸ਼ਬਦ ਨਹੀਂ ਕਿਸੇ ਕਿਸਾਨ ਨੂੰ ਬੋਲਿਆ। ਸਨਮਾਨ ਕੀਤਾ, ਉਹਨਾਂ ਦਾ ਸਤਿਕਾਰ ਕੀਤਾ। ਮੈਂ ਖੁਦ ਜਿੱਥੋਂ ਗੱਡੀ ਲਗਾ ਕੇ ਜਾਂਦਾ ਸੀ ਤੇ ਜਦੋਂ ਮੈਂ ਤੁਹਾਡੇ ਵਿੱਚ ਬੋਲ ਰਿਹਾ ਜੀ, ਉਦੋਂ ਵੀ ਬਣਿਆ ਦਾ ਜਵਾਬ ਦਿਓ। ਉਹਨੇ ਬੜੇ ਕੇਸ ਅਜੇ ਵਾਪਸ ਨਹੀਂ ਹੋਏ। ਜਿਹੜੇ 3 ਮਹੀਨੇ ਘੋਲ ਚੱਲਿਆ ਪੰਜਾਬ 'ਚ, ਸਾਡੇ ਤੇ ਪਰਚੇ ਦਰਜ ਹੋਏ ਵੇ, ਹਜੇ ਤੱਕ ਵਾਪਸ ਨਹੀਂ ਹੋਏ। ਵਾਅਦਾ ਕਰਨ ਤੋਂ ਬਾਅਦ ਵੀ। ਬਹੁਤ ਵਧੀਆ ਕੀਤਾ ਤੁਸੀਂ ਇਹ ਸਵਾਲ ਚੱਕ ਲਿਆ, ਤੇ ਇਹ ਸਵਾਲ ਤੁਹਾਡਾ ਹੁਣੇ ਪਹੁੰਚਦਾ, ਸਵੇਰ ਤੱਕ ਪਹੁੰਚਦਾ ਹੋਊਗਾ ਮੁੱਖ ਮੰਤਰੀ ਸਾਹਿਬ ਤੱਕ, ਜ਼ਰੂਰ ਵਾਪਸ ਹੋਣਗੇ ਪਰਚੇ। ਮੈਂ ਕਹਿੰਦਾ ਵੀ ਉਦੋਂ ਕਿਸੇ ਨੂੰ ਉਹ ਇੱਕ ਸ਼ਬਦ ਨਹੀਂ ਆਖਿਆ ਗਿਆ। ਉਸ ਤੋਂ ਬਾਅਦ ਜਦੋਂ ਅਸੀਂ ਦਿੱਲੀ ਸੰਘਰਸ਼ ਕਰਨ ਮੈਂ ਕਹਿੰਦਾ ਜੋ ਉਸੇ ਘੋਲ ਦੇ ਵਿੱਚ ਪਰਚੇ ਦਰਜ ਹੋਏ, ਜਦੋਂ ਲੋਕਾਂ ਦਾ ਰੌਂ ਵੱਧ ਗਿਆ, ਠੀਕ ਹੈ, ਨਹੀਂ ਫੜ ਸਕੇ ਕਿਸੇ ਨੂੰ। ਹਾਂਜੀ ਨਹੀਂ ਜੀ, ਨਹੀਂ ਕੋਈ ਨਹੀਂ, ਤੁਸੀਂ ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇ। ਬਰਾੜ ਸਾਹਿਬ ਕੰਪਲੀਟ ਕਰ ਲਓ, ਸਮਾਂ ਵੀ ਪੂਰਾ ਆਪਣੇ ਕੋਲੋਂ। ਦੂਸਰੀ ਗੱਲ, ਸਰਦਾਰ ਝੰਡਾ ਸਿੰਘ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਮੈਂ ਉਹਦੇ ਤੇ ਦੇਣਾ ਚਾਹੁੰਦਾ, ਹਾਲਾਂਕਿ ਗੱਲ ਟਾਲ ਮਟੋੜ ਵਾਲੀ ਸੀ, ਪਰ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ 11 ਨਵੰਬਰ ਨੂੰ ਵਿਧਾਨ ਸਭਾ 'ਚ ਇੱਕ ਬਿੱਲ ਲਿਆਂਦਾ ਕਾਂਗਰਸ ਪਾਰਟੀ ਸਰਕਾਰ ਨੇ 36,000 ਕਾਮੇ ਪੱਕੇ ਕਰਨ ਦਾ ਤੇ 17,000 ਮੁਆਵਜ਼ਾ ਗੁਲਾਬੀ ਸੁੰਡੀ ਦੇ ਨਾਲ ਜਿਹੜਾ ਨੁਕਸਾਨ ਹੋਇਆ ਨਰਮੇ ਦਾ। ਅੱਜ ਤੱਕ ਭਾਜਪਾ ਦਾ ਰਾਜਪਾਲ ਲਾਇਆ ਹੋਇਆ, ਅੱਜ ਤੱਕ ਉਹਨੇ ਸਾਈਨ ਨਹੀਂ ਕੀਤੇ। ਇਹ ਦਖਲਅੰਦਾਜ਼ੀ ਸਾਨੂੰ ਇੱਕ ਵੀ ਕਿਸਾਨ ਸਾਬਤ ਕਰਦਾ ਜਿਹਨੂੰ ਮੁਆਵਜ਼ਾ ਦਿੱਤਾ ਗਿਆ ਹੋਵੇ ਜੀ।
ਉਹ ਸਾਹਿਬ ਬਾਦਰ ਗੱਲ ਤਾਂ ਮੈਂ ਬੇਨਤੀ ਕਰਦਾ ਜੀ, ਪੰਜਾਬ 'ਚ ਇੱਕ ਵੀ ਕਿਸਾਨ ਜਾਂ ਇੱਕ ਵੀ ਮਜ਼ਦੂਰ ਨੂੰ ਕੋਈ ਮੁਆਵਜ਼ਾ ਮਿਲਿਆ ਹੋਵੇ ਇਹਦੇ 'ਚ ਕਿਸੇ ਇੱਕ ਦਾ ਨਾਮ ਲੈ ਦਿਓ। ਜੇਠੂਕੇ ਸਾਹਿਬ ਸੁਣ ਵੀ ਲਓ ਨਾ, ਸੁਣੋ ਵੀ ਨਾ, ਸੁਣ ਤਾਂ ਲਓ, ਗੱਲ ਸਮਝੋ, ਸੁਣ ਕੇ ਸਮਝੋ ਮੈਂ ਕੀ ਕਹਿ ਰਿਹਾ। ਸੁਣ ਲਿਆ ਜੀ। ਸਾਡੇ ਨਾਲ ਹੋਇਆ ਵਿਧਾਨ ਸਭਾ ਦੇ ਸਾਡੇ ਨਾਲ ਸਮਝੌਤਾ ਹੋਏ ਨੂੰ ਕਿੰਨਾ ਚਿਰ ਹੋ ਗਿਆ? ਸਾਈਨ ਨਹੀਂ ਕੀਤੇ ਸਰਦਾਰ ਜੀ ਹਲੇ ਉਹਦੇ ਤੇ। ਸਰਦਾਰ ਜੀ ਰਾਜਪਾਲ ਨੇ ਸਾਈਨ ਨਹੀਂ ਕੀਤੇ, ਉੱਥੋਂ ਜੁਆਇਨ ਹੋਣਗੇ ਤਾਂ ਰਾਜਪਾਲ ਬੀਜੇਪੀ ਦਾ ਹੈ, ਬੀਜੇਪੀ ਦਾ ਹੱਥ ਟੋਕਾ ਭਾਜਪਾ ਨੇ ਲਾਇਆ ਹੋਇਆ। ਹੁਣ ਰਾਜਪਾਲ ਨੇ ਸਾਈਨ ਨਹੀਂ ਕਰਨੇ ਜੀ, ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਊਗਾ, ਫਿਰ ਤੁਸੀਂ ਕਹੋਗੇ ਚੋਣ ਜਾਬਤਾ ਲੱਗ ਗਿਆ। ਨਹੀਂ ਜੀ, ਨਹੀਂ ਇਹ ਨਹੀਂ ਹੈਗਾ, ਆਪਾਂ ਕਰਾਵਾਂਗੇ। ਜਿਹੜਾ 2-2 ਲੱਖ ਦੇਣ ਦਾ ਤੁਸੀਂ ਵਾਅਦਾ ਕਰਿਆ ਸੀ ਕਾਂਗਰਸ ਨੇ, ਆਪਾਂ ਰਲ ਕੇ ਫਿਰ ਇਹੀ ਕੈਪਟਨ ਪਿੱਛੇ ਕਰ ਲਿਆ ਵਾਅਦੇ ਤੋਂ, ਚੰਨੀ ਸਾਹਿਬ ਮੂਹਰੇ ਲਿਆਂਦੇ, ਲੋਕ ਅਣਜਾਣ ਨਹੀਂ ਹੈਗੇ। ਹੁਣ ਜੇਠੂਕੇ ਸਾਹਿਬ, ਜੇਠੂਕੇ ਸਾਹਿਬ ਤੁਸੀਂ 5 ਕਿੱਲਿਆਂ ਤੇ 2-2 ਲੱਖ ਰੁਪਇਆ ਦੇਣਾ ਸੀਗਾ, ਰਾਜਪਾਲ ਖਿਲਾਫ ਹੀ ਲੜ ਸਕਦੇ ਹੋ। ਕੀ ਉਹ ਗੱਲ ਸਿਰੇ ਚੜਾਤੀ? ਖੁਦਕਸ਼ੀ ਵਾਲਿਆਂ ਨੂੰ 3-3 ਲੱਖ ਦੇਣ ਦਾ ਸਰਕਾਰ ਦਾ ਵਾਅਦਾ ਹੈ, ਲੜ ਸਕਦੇ ਹੋ। ਤੁਹਾਡੀ ਸਰਕਾਰ ਨੇ ਕਿਸੇ ਇੱਕ ਨੂੰ ਦਿੱਤਾ ਖੁਦਕਸ਼ੀ ਵਾਲੇ ਨੂੰ ਪੈਸੇ? ਲੜ ਸਕਦੇ ਹੋ। ਰਾਜਪਾਲ ਖਿਲਾਫ ਕਿਉਂ ਨਹੀਂ ਲੜਦੇ? ਰਾਜਪਾਲ ਖਿਲਾਫ ਕਿਉਂ ਨਹੀਂ ਲੜਦੇ ਜਿਹੜਾ ਬਿੱਲਾਂ ਤੇ ਸਾਈਨ ਨਹੀਂ ਕਰ ਰਿਹਾ? ਜੇ ਸਰਕਾਰਾਂ ਖਿਲਾਫ ਆਪਾਂ ਲੜ ਸਕਦੇ ਹਾਂ, ਚਲੋ ਆਪਾਂ ਇਕੱਠੇ ਹੋ ਕੇ ਲੜਦੇ ਹਾਂ। ਸਾਨੂੰ ਰਾਜਨੀਤਿਕ ਧਿਰ ਨੂੰ ਅਸੀਂ ਨਾਲ ਖੜਾ, ਇਹਨੂੰ ਸਾਈਨ ਨਹੀਂ ਕਰ ਰਹੇ ਬਿੱਲ ਤੇ। ਮੈਂ ਇਦਾਂ ਨਹੀਂ ਕਹਿ ਰਿਹਾ ਕਿ ਅਸੀਂ ਦਿੱਤਾ। ਅਕਾਲੀ ਭਾਜਪਾ ਵੇਲੇ ਤੁਹਾਨੂੰ 10,000 ਮਿਲਿਆ ਸੀ, ਤੁਸੀਂ ਉਦੋਂ ਵੀ ਲੜ ਕੇ ਲਿਆ ਸੀ, ਮੈਨੂੰ ਪਤਾ ਹੈ। 10,000 ਮਿਲਿਆ ਸੀ, ਜੁਝਾਰੂ ਜਥੇਬੰਦੀ ਆ ਤੁਹਾਡੀ, ਮੈਂ ਇਸ ਗੱਲ ਨੂੰ ਕਬੂਲ। ਅਸੀਂ ਸਾਨੂੰ ਲੜ ਕੇ ਲੈਣੇ ਪੈਣੇ ਜਦੋਂ ਲੈਣਾ ਹੈ, ਪਾਸ ਕਰਤਾ ਵਿਧਾਨ ਸਭਾ ਚ, ਪਰ ਜਦੋਂ ਲੈਣੀ ਹੈ ਕੋਈ ਗੱਲ ਲੜ ਕੇ ਲੈਣੀ ਪੈਣੀ ਹੈ, ਸਵਾਕ ਨਾਲ ਲੈਣੀ ਪੈਣੀ ਹੈ। ਉਹ ਹੱਕ ਲੜ ਕੇ ਲੈਣੇ ਪੈਂਦੇ। ਹੁਣ ਵੀ ਤਾਂ ਆਪਾਂ ਲੜ ਕੇ ਲਏ ਆ, ਹੁਣ ਕਿਹੜਾ ਉਹਨਾਂ ਨੇ ਥਾਲੀ ਚ ਪਰੋਸ ਕੇ ਬਿੱਲ ਵਾਪਸ ਕਰਦੇ ਆਪਾਂ ਨੂੰ? ਹੁਣ ਵੀ ਆਪਾਂ ਲੜ ਕੇ ਲਏ ਆ। 887 ਸ਼ਹੀਦ ਕਰਾਇਆ ਨਾ, ਹੁਣ ਕਿਸੇ ਨੇ ਪਰੋਸਿਆ ਨਾ ਗਾਂ ਨੂੰ ਪਰੋਸਣੇ ਕਿਸੇ ਨੇ ਥਾਲੀ ਚ। ਇਹੀ ਕੰਮ ਹੈ ਨਾ, ਇਹ ਮਜਬੂਰੀ ਹੈ। ਚਲੋ ਮਜਬੂਰੀ ਹੈ, ਲੜਨਾ ਸ਼ੌਂਕ ਨਹੀਂ ਹੈਗਾ। ਨਹੀਂ ਕਮਲਜੀਤ ਜੀ ਦੇਖੋ, ਬਹੁਤ ਵੈਲਿਡ ਪੁਆਇੰਟ ਹੈ ਨਾ ਉਹਨਾਂ ਦਾ, ਕਿ ਤੁਸੀਂ ਹੁਣ ਫਾਈਲ ਕਹਿ ਰਹੇ ਹੋ ਕਿ ਰਾਜਪਾਲ ਸਾਹਿਬ ਸਾਈਨ ਨਹੀਂ ਕਰ ਰਹੇ। ਹੁਣ 15 ਦਿਨ ਨੂੰ ਕੋਡ ਆਫ ਕੰਡਕਟ ਲੱਗ ਗਿਆ, ਤਾਂ ਫਿਰ ਗੱਲ ਤਾਂ ਉੱਥੇ ਹੀ ਰਹਿ ਗਈ ਨਾ, ਕਿ ਜਿਹੜੇ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਹੋਣਗੇ ਜਾਂ ਹੋਰ ਜਿਹੜੇ ਮੁਲਾਜ਼ਮਾਂ ਤੋਂ ਤੁਸੀਂ ਜ਼ਿਕਰ ਕਰ ਰਹੇ ਹੋ ਪੱਕੇ ਕਰਨ ਵਾਲਾ, ਉਹ ਵੀ ਇੰਤਜ਼ਾਰ ਕਰਦੀ ਹੀ ਰਹਿ ਜਾਏਗਾ। ਜਿਹੜੇ ਇਹਨਾਂ ਨੇ ਕਿਸਾਨ ਕਹਿ ਰਹੇ ਕਿ ਸਾਡੀ ਕੀ ਗਲਤੀ ਹੈ ਜੇ ਉਹ ਸਾਈਨ ਨਹੀਂ ਕਰ ਰਹੇ? ਤੁਸੀਂ ਨਜਿੱਠੋ ਨਾ ਉਹਨਾਂ ਦੇ ਨਾਲ। ਕੀ ਟੇਕਾ ਬਣਦਾ ਜੀ? ਇਹਨਾਂ ਨੇ 2-2 ਲੱਖ 5 ਕਿੱਲਿਆਂ ਨੂੰ ਦੇਣਾ ਸੀ, ਖੁਦਕਸ਼ੀ ਵਾਲਿਆਂ ਨੂੰ 3-3 ਲੱਖ ਦੇਣਾ ਸੀ, ਉਹਦੇ ਚ ਰਾਜਪਾਲ ਦਾ ਕੀ ਟਿੱਕਾ ਹੈ? ਇਹ ਧਾਰਾ 300, ਜਦੋਂ ਧਾਰਾ 370 ਦਾ ਬਿੱਲ, ਉਹ ਜੱਡਾ ਸਾਹਿਬ ਜੀ ਤੁਹਾਨੂੰ ਬੁਲਾਉਣਗੇ, ਚੁੱਪ ਕਰ ਜਾਓ, ਤੁਹਾਡੀ ਗੱਲ ਤੁਸੀਂ ਨਹੀਂ ਬੋਲਦੇ, ਚੁੱਪ ਕਰ ਜਾਓ। ਜਦੋਂ ਧਾਰਾ 370 ਤੋੜਨੀ ਸੀ, ਜਦੋਂ ਸੀਏਏ ਦੇ ਬਿੱਲ ਲੈ ਕੇ ਆਉਣੇ ਸੀ, ਜਦੋਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਬਿੱਲ ਵਾਪਸ ਲੈ ਕੇ ਆਉਣੇ ਸੀ, ਉਦੋਂ ਤਾਂ ਰਾਸ਼ਟਰਪਤੀ ਵਿਹਲਾ ਬੈਠਾ ਹੁੰਦਾ। ਜਦੋਂ ਕੋਈ ਹੋਰ ਸਿਆਸੀ ਪਾਰਟੀ ਆਪਦਾ ਲੋਕ ਹਿੱਤਾਂ ਲਈ ਬਿੱਲ ਲੈ ਕੇ ਆਉਂਦੀ ਹੈ, ਉਦੋਂ ਰਾਜਪਾਲ ਨੂੰ ਰੋਕਿਆ ਜਾਂਦਾ ਹੈ, ਉਦੋਂ ਉਹਦੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਹੈ। ਠੀਕ ਹੈ, ਚਲੋ ਆਪਾਂ ਜਵਾਬ ਵੀ ਲੈ ਲੈਂਦੇ ਹਾਂ। ਦੇਖੋ ਧਾਲੀਵਾਲ ਸਾਹਿਬ, ਇੱਕ ਵਾਰ ਫਿਰ ਬੀਜੇਪੀ ਵਾਲੇ ਪਾਸੇ ਨੂੰ ਉਂਗਲ ਉੱਠ ਗਈ ਇਸ ਮੁੱਦੇ ਦੇ ਉੱਤੇ ਵੀ। ਪਹਿਲਾਂ ਉਂਗਲ ਆਪਾਂ ਉਂਗਲ ਦੀ ਗੱਲ ਫੇਰ ਅਸੀਂ ਇਹਨਾਂ ਦੀ ਮਾਲਾ ਨੂੰ ਜੈਸੇ ਜਿਹੜਾ ਸਵਾਲ ਕਰਿਆ ਸੀ 2-2 ਲੱਖ ਇਹਨਾਂ ਨੂੰ ਸਾਰਾ ਕੁੱਲ ਕਰਜ਼ਾ ਮਾਫ ਕਰਨ ਦੀ ਗੱਲ ਕਹੀ, ਉਸ ਤੋਂ ਬਾਅਦ 5 ਕਿੱਲਿਆਂ ਨੂੰ ਕਿਹਾ ਵੀ ਅਸੀਂ ਚੰਡਾ ਸਿੰਘ ਜੀ ਮੈਂ ਤੁਹਾਡੇ ਕੋਲ ਆ ਰਿਹਾ। ਕੁਲਦੀਪ ਜੀ ਕੰਪਲੀਟ ਕਰੋ, ਸਮਾਂ ਪੂਰਾ ਆਪਣੇ ਕੋਲ ਪਲੀਜ਼। ਚੰਡਾ ਸਿੰਘ ਜੀ ਮੈਨੂੰ ਬੋਲ ਲੈਣ ਦਿਓ। ਹਾਂ ਠੀਕ ਹੈ ਚੰਡਾ ਸਿੰਘ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਤੁਹਾਡਾ ਰਿਐਕਸ਼ਨ ਲਵਾਂਗਾ, ਇੱਕ ਵਾਰੀ ਕੰਪਲੀਟ ਹੋ ਲੈਣ ਦਿਓ, ਆਪਾਂ ਗੱਲ ਕਰ ਲਈ। ਗੱਲ ਇਸ ਗੱਲ ਦੀ ਸੀ ਕਿ ਕਾਂਗਰਸ ਨੇ ਵਾਅਦਾ ਖਿਲਾਫੀ ਕੀਤੀ ਹੈ, ਇਹ ਇਸ ਪਾਸੇ ਲੈ ਗਏ, ਅਸੀਂ ਮਦਦ ਕਰਕੇ ਅੰਦੋਲਨ 'ਚ ਮਦਦ ਕੀਤੀ ਹੈ। ਗੱਲ ਇਸ ਪਾਸੇ ਦੀ ਹੈ ਕਿ ਕਾਂਗਰਸ ਨੇ ਸਾਰੇ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਸੀ, ਨਹੀਂ ਕੀਤੀ। ਕਾਂਗਰਸ ਨੇ ਇਹ ਕਿਹਾ ਸੀ ਕਿ ਅਸੀਂ ਮੁਆਵਜ਼ਾ ਦੇਵਾਂਗੇ, ਮੁਆਵਜ਼ਾ 17,000 ਦੀ 65,000 ਦਾ ਬਰਾੜ ਸਾਹਿਬ ਖੁਦ ਕਿਸਾਨ ਨੇ ਠੇਕੇ ਤੇ ਲੈ ਕੇ ਜ਼ਮੀਨਾਂ ਲੋਕਾਂ ਨੇ ਲਵਾਈਆਂ। 65,000 ਰੁਪਏ ਠੇਕਾ ਭਰਿਆ ਲੋਕਾਂ ਨੇ, 17,000 ਤਾਂ ਤੁਸੀਂ ਮੁਆਵਜ਼ਾ ਵੱਧ ਤੋਂ ਵੱਧ ਵਾਲੇ ਨੂੰ ਦੇਣਾ, 5-5,000 ਦਾ ਤੁਸੀਂ ਮਜ਼ਾਕ ਕੀਤਾ ਲੋਕਾਂ ਨਾਲ ਵੀ ਕਿਸੇ ਨੂੰ 5 ਮਿਲਦਾ ਕਿਸੇ ਨੂੰ 2 ਮਿਲਦਾ ਹੈ, ਔਰ ਉਹ ਵੀ ਰਾਜਪਾਲ ਤੇ ਅੜਕਾਈ ਜਾਂਦੇ ਹੋ। ਬਰਾੜ ਸਾਹਿਬ 15 ਲੱਖ ਦੇਤਾ ਤੁਸੀਂ, ਮਾਫੀ ਮੰਗਣੀ ਚਾਹੀਦੀ ਹੈ ਅਸੀਂ ਗੱਡੀਆਂ ਥੱਲੇ ਵਿਧਾਨ ਸਭਾ ਦਾ ਸਾਰੇ ਜਾਣਦੇ ਆ, ਗੌਰਵ ਜੀ ਵੀ ਪੱਤਰਕਾਰ ਨੇ, ਔਰ ਚੰਨੀ ਸਾਹਿਬ ਕਹਿ ਰਹੇ ਵੀ ਰਾਜਪਾਲ ਅੜਕਾਈ ਬੈਠਾ, ਕਿਉਂ ਕਰਨਾ ਕੱਲ ਨੂੰ ਰਾਜਪਾਲ ਦੇ ਬਾਹਰ ਚ? ਜੇ ਹਿੰਮਤ ਹੈਗੀ ਹੈ ਇੱਕ ਕਰਕੇ ਸਰ, ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚੇ, ਇੱਕ ਕਰਕੇ ਬਰਾੜ ਸਾਹਿਬ, ਧਾਲੀਵਾਲ ਸਾਹਿਬ, ਇੱਕ ਕਰਕੇ ਪਲੀਜ਼। ਜੇ ਤੁਹਾਡੀ ਗੱਲ, ਜੇ ਧਾਲੀਵਾਲ ਸਾਹਿਬ ਆਪਦੀ ਗੱਲ ਤੇ ਪੁਆਇੰਟ ਰੱਖਿਓ ਹੁਣ, ਕਿ ਆਪਦੇ ਮੁੱਖ ਮੰਤਰੀ ਨੂੰ ਕਹੋ ਧਰਨਾ ਦੇਵੇ ਬਾਹਰ ਚ ਜਾ ਕੇ ਰਾਜਪਾਲ ਦੇ, ਵੀ ਮੁਆਵਜ਼ਾ ਰਾਜਪਾਲ ਨੇ ਰੋਕਿਆ ਹੈ। ਇਹ ਇਸ ਤਰ੍ਹਾਂ ਝੂਠ ਮਾਰ ਕੇ ਜਿਹੜਾ ਵਾਰ-ਵਾਰ ਬਲਫ ਕਰਕੇ ਲੋਕਾਂ ਨਾਲ ਸਰਕਾਰ ਨਹੀਂ ਬਣਨੀ, ਜਿਹੜੀ ਜਵਾਬ ਹੈ ਲੋਕਾਂ ਨੂੰ ਦਿਓ। ਤੁਸੀਂ ਕਰਜ਼ਾ ਨਹੀਂ ਮਾਫ ਕਰ ਸਕੇ, ਤੁਸੀਂ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ, ਤੁਹਾਡੇ ਪ੍ਰਧਾਨ ਨੇ ਕਿਹਾ, ਤੁਹਾਡੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਅਸੀਂ ਜੇ ਧਰਨੇ ਨਾ ਮੋੜਦੇ ਦਿੱਲੀ ਵੱਲ ਨੂੰ ਤਾਂ 12.5 ਝੋਨੇ। ਠੀਕ ਹੈ, ਇੱਕ ਕਰਕੇ ਸਰ, ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇ। 15 ਲੱਖ ਬਾਰੇ ਦੱਸ ਦੀ ਯਾਰ, ਇਹ ਮੈਂ ਯਾਦ ਕਰਾ ਦਿੰਦਾ, ਜਾਖੜ ਸਾਹਿਬ ਨੇ ਕੀ ਹੈ ਗੱਲ, ਇਹ ਜਾਖੜ ਸਾਹਿਬ ਨੇ ਕਿਹਾ ਕਿ ਜੇ ਧਰਨੇ ਅਸੀਂ ਨਾ ਮੋੜਦੇ ਦਿੱਲੀ ਵੱਲ ਨੂੰ, ਜਾਂ ਤਾਂ ਮੈਂ ਵੀ ਕਰਾ ਦਿੰਦਾ 15 ਲੱਖ ਦੇਤਾ ਵਾਲੇ ਨਹੀਂ, ਉਹ ਕੋਈ ਭਾਜਪਾ ਦੇ ਰਾਜਪਾਲ ਨਹੀਂ ਹੈਗੇ, ਤੁਹਾਡੇ ਪ੍ਰਧਾਨ ਨੇ ਕਿਹਾ, ਯਾਦ ਕਰੋ ਇਹ ਗੱਲ।
ਰਾਜਪਾਲ ਭਾਜਪਾ ਦੇ ਆ, ਉਹਨਾਂ ਦੇ ਲਾਏ ਹੋਏ ਹੱਥ ਟੋਕੇ ਬਣੇ ਹੋਏ, ਤੁਹਾਡਾ ਪ੍ਰੈਸ਼ਰ ਆ ਉਹਨਾਂ ਤੇ। ਜੀ। ਤੁਹਾਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ, ਤੁਸੀਂ ਪ੍ਰਾਊਡਲੀ ਜਿਹੜਾ ਦੇ ਰਹੇ ਤੁਸੀਂ ਪ੍ਰਾਊਡਲੀ ਜੇ ਇਹ ਗੱਲ ਤੁਹਾਡੀ ਸੱਚ ਹੈ ਯਾਰ ਮਾਫੀ ਮੰਗੋ ਸਾਰਿਆਂ ਦੇ ਸਾਹਮਣੇ। ਤੁਸੀਂ ਨਹੀਂ ਤੁਸੀਂ ਮੰਨਦੇ ਹੋ ਮੰਤਰੀ ਧਰਨਾ ਦੇਵੇ ਜਾ ਕਿਸਾਨਾਂ ਦੇ ਹਮਦਰਦ ਨਹੀਂ। ਠੀਕ ਹੈ ਪਲੀਜ਼ ਕਿਸਾਨਾਂ ਨੇ ਇੱਕ ਇਸ ਲਈ ਤੁਹਾਨੂੰ ਪਤਾ ਮੇਰੇ ਕੋਲ ਸਮਾਂ ਵੀ ਖਤਮ ਹੋ ਰਿਹਾ। ਬਰਾੜ ਜੀ, ਧਾਲੀਵਾਲ ਸਾਹਿਬ, ਤੁਸੀਂ ਕਬੂਲਦੇ ਹੋ ਨਾ, ਤੁਸੀਂ ਕਿਸਾਨਾਂ ਦੇ ਹਮਦਰਦ ਨੇ, ਤੁਸੀਂ ਕਿਸਾਨਾਂ ਲਈ ਰਾਜਪਾਲ ਨੂੰ ਨਹੀਂ ਕਹਿੰਦੇ। ਜੇ ਤੁਹਾਡਾ ਪ੍ਰਧਾਨ ਮੰਤਰੀ ਕਹੇ ਕਿ ਰਾਜਪਾਲ ਨੂੰ ਕਿ ਜਿਹੜਾ 17,000 ਮੁਆਵਜ਼ਾ ਦਿੱਤਾ ਦਿਓ ਕਿਸਾਨਾਂ ਨੂੰ, ਤੁਸੀਂ ਹਮਦਰਦ ਨਹੀਂ ਕਿਸਾਨਾਂ ਦੇ, ਤੁਸੀਂ ਕਬੂਲਦੇ ਹੋ ਇਹ ਗੱਲ ਕਿ ਅਸੀਂ ਕਹਿ ਨਹੀਂ ਸਕਦੇ ਭਾਜਪਾ ਦਾ ਰਾਜਪਾਲ ਆ। ਜੇ ਤੁਹਾਨੂੰ ਚੈਲੰਜ ਕਰ ਰਹੇ ਮੈਂ ਟੀਵੀ ਤੇ ਚੈਲੰਜ ਕਰ ਰਿਹਾ ਤੁਹਾਨੂੰ। ਰਾਸ਼ਟਰਪਤੀ ਕਿਸਾਨਾਂ ਦੇ ਬਿੱਲ 29 ਨੂੰ ਨਹੀਂ, ਤੁਸੀਂ ਕੀ ਕਹਿ ਰਹੇ ਹੋ ਧਾਲੀਵਾਲ ਸਾਹਿਬ ਕੀ ਕੋਈ ਫਾਈਲ ਨਹੀਂ ਰੁਕੀ? ਧਾਲੀਵਾਲ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਕਿ ਕੋਈ ਫਾਈਲ ਨਹੀਂ ਰੁਕੀ? ਫਾਈਲ ਰੁਕੀ ਹੈ ਕਿ ਨਹੀਂ ਰੁਕੀ ਹੈ? ਨਹੀਂ ਕੋਈ ਫਾਈਲ ਨਹੀਂ ਰੁਕੀ। ਪ੍ਰੋਟੋਕੋਲ ਦੇ ਤਹਿਤ ਜਿਹੜਾ ਫਾਈਲਾਂ ਜਾਂਦੀਆਂ ਔਰ ਪ੍ਰੋਟੋਕੋਲ ਦੇ ਮੁਤਾਬਕ ਸਾਈਨ ਹੁੰਦੀਆਂ, ਉਹਦਾ ਇੱਕ ਸਮਾਂ ਸੀਮਾ ਹੁੰਦੀ ਹੈ, ਉਹਦੇ ਅਧਿਕਾਰ ਦੇ ਵਿੱਚ ਹੁੰਦਾ ਹੈ। ਇਹ ਕੋਈ ਇਹ ਨਹੀਂ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਹੈ ਰਾਜਨੀਤਿਕ ਕਰਦੇ ਹੋ, ਰਾਜਪਾਲ ਕੋਲੇ ਨਹੀਂ ਕੋਈ ਵਿਚਾਲੇ ਤੋਂ ਵੀ ਨਿਕਲ ਜਾਂਦੀਆਂ ਨਾ, ਫਟਾਫਟ ਵੀ ਹੋ ਜਾਂਦੀਆਂ ਚੀਜ਼ਾਂ। ਦੇਖੋ ਤੁਸੀਂ 3 ਖੇਤੀ ਕਾਨੂੰਨਾਂ ਵਾਲੀ ਰਾਸ਼ਟਰਪਤੀ ਦੇ ਕੋਲ ਪਹੁੰਚ ਗਏ। ਠੀਕ ਹੈ, ਲਾਸਟ ਫਾਈਨਲ ਕਮੈਂਟ ਕਮਲਜੀਤ ਜੀ। ਉਹ ਕਹਿ ਰਹੇ ਕਿ ਕੋਈ ਫਾਈਲ ਨਹੀਂ ਰੁਕੀ ਹੋਈ, ਪ੍ਰੋਟੋਕੋਲ ਦੇ ਤਹਿਤ ਹੀ ਕੰਮ ਹੋ ਰਿਹਾ ਹੈ। ਮੈਂ ਇਹ ਕਹਿ ਰਿਹਾ ਇਹ ਹੋਰ ਪਾਸੇ ਜਾ ਰਹੇ ਜੀ ਗੱਲ। ਜੇ ਨਰਮੇ ਦੇ ਮਾਜਵੇ ਦੀ ਗੱਲ ਹੈ, 15 ਦਿਨ ਮਨਪ੍ਰੀਤ ਦੀ ਕੋਠੀ ਘੇਰੀ, ਕਿਸੇ ਨੇ ਨਹੀਂ ਸੁਣੀ। 5 ਦਿਨ ਸੈਕਟਰੀਏਟ ਘੇਰਿਆ ਬਠਿੰਡੇ ਦਾ, ਫੇਰ ਨਹੀਂ ਕਿਸੇ ਨੇ ਸੁਣੀ। ਜਦੋਂ ਅਸੀਂ ਕਹਿੰਦਾ ਵੀ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ, ਇਹਨਾਂ ਨੂੰ ਨਹੀਂ ਵੜਨ ਦੇਣਾ, ਉਸ ਤੋਂ ਬਾਅਦ ਸੁਣੀ। ਮੇਰੇ ਕੋਲ ਸਮਾਂ ਇੰਨਾ ਹੀ ਸੀ, ਮੈਂ ਵਿਚਾਲੇ ਰੋਕੂੰਗਾ। ਦਿੱਲੀ ਮੋਰਚਾ ਚੱਲ ਰਿਹਾ ਸੀ, ਅਸੀਂ 5000 ਤੇ ਵੱਧ ਤੇ ਸਬਰ ਕਰਿਆ, ਉਹ ਵੀ ਦਿੱਤਾ ਨਹੀਂ ਇਹਨਾਂ ਨੇ ਜੀ। ਠੀਕ ਹੈ ਝੰਡਾ ਜੀ, ਉਮੀਦ ਕਰਦੇ ਹਾਂ ਕਿ ਤੁਹਾਡੀ ਵੀ ਗੱਲ ਪਹੁੰਚੀ ਹੋਏਗੀ। ਸਾਡੇ ਨਾਲ ਉਗਰਾਹਾਂ ਜਥੇਬੰਦੀ ਤੋਂ ਝੰਡਾ ਸਿੰਘ ਜੇਠੂਗੇ ਜੀ ਜੁੜੇ ਹੋਏ ਤੇ ਉਹਨਾਂ ਨੇ ਜਿਹੜੀ ਗੱਲ ਰੱਖੀ ਹੈ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ। ਪ੍ਰਿੰਸ ਜੀ ਆਖਰੀ ਕਮੈਂਟ ਦੇ ਲਈ ਨਹੀਂ ਆ ਪਾਵਾਂਗਾ, ਸਮਾਂ ਖਤਮ ਹੋ ਚੱਲਿਆ। ਤਾਂ ਅੱਜ ਅਸੀਂ ਚਰਚਾ ਜਿਸ ਮੁੱਦੇ ਨੂੰ ਲੈ ਕੇ ਕੀਤੀ ਹੈ, ਇਲੈਕਸ਼ਨ ਵਾਲੇ ਪਾਸੇ ਸੀ, ਪਰ ਜਦੋਂ ਕਿਸਾਨਾਂ ਦਾ ਜ਼ਿਕਰ ਹੋਏਗਾ ਤਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਹੋਣਾ ਹੀ ਹੋਣਾ ਹੈ। ਖਾਸ ਤੌਰ ਤੇ ਜੋ ਮੁਆਵਜ਼ੇ ਦਾ ਜ਼ਿਕਰ ਹੋਇਆ ਜਾਂ ਫਿਰ ਜੋ ਫਾਈਲਾਂ ਵਾਲਾ ਜ਼ਿਕਰ ਹੋਇਆ। ਖੈਰ, ਜੇ ਗੱਲ ਕਰੀਏ ਅਸੀਂ ਅੱਜ ਦੇ ਮੁੱਦੇ ਦੀ ਹੀ, ਤਾਂ ਹੁਣ ਦੇਖਣਾ ਹੋਵੇਗਾ ਕਿ 32 ਜਥੇਬੰਦੀਆਂ ਦੇ ਵਿੱਚੋਂ ਕੁਝ ਜਥੇਬੰਦੀਆਂ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਾ ਕੇ ਖੜਦੀਆਂ ਨੇ ਜਾਂ ਨਹੀਂ, ਕਿਉਂਕਿ ਗੁਰਨਾਮ ਸਿੰਘ ਚੜੂਨੀ ਦੇ ਧੜੇ ਤੋਂ ਅੱਜ ਸਾਡੇ ਨਾਲ ਪ੍ਰਿੰਸ ਵੜੈਚ ਜੀ ਜੁੜੇ ਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬੈਕਡੋਰ ਯਾਨੀ ਕਿ ਪਰਦੇ ਦੇ ਪਿੱਛੇ ਬਹੁਤ ਸਾਰੇ ਕਿਸਾਨ ਆਗੂਆਂ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਤੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਆ ਕੇ ਖੜੇ ਹੋਣਗੇ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ। ਹੁਣ ਸਵਾਲ ਇਹ ਹੈ ਕਿ ਜੇਕਰ ਕਿਸਾਨ ਆਗੂ ਨਾਲ ਆਉਂਦੇ ਨੇ ਜਥੇਬੰਦੀ ਦੇ ਗੁਰਨਾਮ ਸਿੰਘ ਚੜੂਨੀ ਦੇ ਔਰ ਇਲੈਕਸ਼ਨ ਲੜਦੇ ਨੇ, ਤਾਂ ਫਿਰ ਇਹ ਕਿਹੋ ਜਿਹੇ ਸਮੀਕਰਨ ਪੰਜਾਬ ਦੇ ਵਿੱਚ ਬਣ ਸਕਦੇ ਨੇ, ਕਿਸ ਤਰੀਕੇ ਨਾਲ ਬਦਲ ਸਕਦੇ ਨੇ, ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਅਪਡੇਟ ਤੁਹਾਨੂੰ ਕਰਦੇ ਰਹਾਂਗੇ। ਫਿਲਹਾਲ ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।